ਤਾਂ ਜੋ ਆਪਾਂ ਸਤਿਗੁਰਾਂ ਦੀ ਬਾਣੀ ਇਕਾਗਰਤਾ ਦੇ ਨਾਲ, ਧਿਆਨ ਦੇ ਨਾਲ ਇੱਕ ਮਨ ਚਿੱਤ ਹੋ ਕੇ ਸੁਣ ਸਕੀਏ। ਕਿਉਂ? ਸਤਿਗੁਰ ਆਖਦੇ ਨੇ ਕਿ ਸੁਣਿਆ 68 ਕਾ ਇਸਨਾਨ। ਪਹਿਲੇ ਸਮਿਆਂ 'ਚ ਇਹ ਧਾਰਨਾ ਮੰਨੀ ਜਾਂਦੀ ਸੀ ਕਿ ਕੋਈ 68 ਤੀਰਥਾਂ ਦਾ ਜਾ ਕੇ ਇਸ਼ਨਾਨ ਕਰੇ, ਭਰਮਣ ਕਰੇ, ਉਹਦੇ ਪਾਪ ਖਤਮ ਹੋਣਗੇ ਜਾਂ ਹੋ ਸਕਦੇ ਨੇ। ਪਰ ਪਿਆਰਿਓ, ਕਿਹਦੇ ਕੋਲ ਇੰਨਾ ਸਮਾਂ ਹੈ, ਕਿਹਦੇ ਕੋਲ ਇੰਨਾ ਪੈਸਾ ਹੈ? ਕਈ ਤਾਂ ਵਿਚਾਰੇ ਇਹੋ ਜਿਹੇ ਵੀ ਗਰੀਬ ਨੇ ਜਿਹੜੇ ਅੱਜ ਤੱਕ ਕਦੇ ਕਾਂਚੀ ਤੱਕ ਵੀ ਨਹੀਂ ਗਏ ਹੋਣੇ, ਹਰਿਮੰਦਰ ਸਾਹਿਬ ਵੀ ਨਹੀਂ ਗਏ ਹੋਣੇ, ਇਹੋ ਜਿਹੇ ਵੀ ਨੇ। ਕਿਹਦੇ ਕੋਲ ਇੰਨਾ ਸਮਾਂ ਹੈ, ਕਿਹਦੇ ਕੋਲ ਇੰਨਾ ਪੈਸਾ ਹੈ? ਸਤਿਗੁਰ ਆਖਦੇ ਨੇ ਕਿਤੇ 68 ਤੀਰਥਾਂ 'ਤੇ ਜਾਣ ਦੀ ਲੋੜ ਨਹੀਂ। ਤੂੰ ਗੁਰੂ ਦਾ ਸ਼ਬਦ, ਗੁਰੂ ਦਾ ਵਚਨ ਇੱਕ ਮਨ ਚਿੱਤ ਹੋ ਕੇ ਸੁਣ ਲੈ, ਆਪਣੇ ਮਨ 'ਚ ਵਸਾ ਲੈ, ਤੇਰਾ ਘਰ ਬੈਠੇ ਦਾ ਹੀ, ਤੇਰਾ ਸਤਸੰਗ ਵਿੱਚ ਬੈਠੇ ਦਾ ਹੀ 68 ਤੀਰਥਾਂ ਦਾ ਇਸ਼ਨਾਨ ਹੋ ਜਾਣਾ ਹੈ। ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਸੋ ਪਿਆਰਿਓ, ਕਿਉਂਕਿ ਸ਼ਬਦ ਸਤਿਗੁਰ ਮਹਾਰਾਜ, ਅੱਜ ਆਪਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਇਕੱਠੇ ਹੋਏ ਆ। ਸੋ ਆਓ ਪਹਿਲਾਂ ਆਪਾਂ ਸਤਿਗੁਰਾਂ ਦੇ ਚਰਨਾਂ 'ਚ ਇੱਕ ਆਪਣੇ ਵੱਲੋਂ ਬੇਨਤੀ ਕਰੀਏ। ਉਸ ਤੋਂ ਉਪਰੰਤ ਜਿਵੇਂ ਸਤਿਗੁਰ ਪਾਤਸ਼ਾਹ ਚਾਹੁਣਗੇ ਆਪ ਨਾਲ ਕੁਝ ਵਿਚਾਰਾਂ ਵੀ ਸਾਂਝੀਆਂ ਕਰਾਂਗੇ। ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਮਨੋ ਇੱਕ ਵਾਰੀ ਕਹਿ ਦਿਓ, ਕਿਉਂਕਿ ਗਰੀਬ ਨਿਵਾਜ ਗੁਸਈਆਂ ਮੇਰਾ ਮਾਥੈ ਛਤਰ ਧਰੈ। ਗਰੀਬਾਂ ਨੂੰ ਕਿਸ ਤਰ੍ਹਾਂ ਨਵਾਜਿਆ ਏ, ਕਿਸ ਤਰੀਕੇ ਨਾਲ ਨਵਾਜਿਆ ਏ, ਇਹ ਆਪਾਂ ਇਸ ਸ਼ਬਦ ਤੋਂ ਬਾਅਦ ਵਿਚਾਰ ਆਰੰਭ ਕਰਾਂਗੇ। ਪਹਿਲਾਂ ਸਤਿਗੁਰਾਂ ਦੇ ਚਰਨਾਂ 'ਚ ਆਓ ਅਰਦਾਸ ਕਰੀਏ। ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਗਰੀਬਾਂ ਨੂੰ ਨਿਵਾਜਣ ਵਾਲਿਆ, ਗਰੀਬਾਂ ਨੂੰ ਨਿਵਾਜਣ ਵਾਲਿਆ। ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਹਾਂ ਪਿਆਰਿਓ, ਕਿਹੜਾ ਕਿਹੜਾ ਸ਼ੁਕਰ ਮਨਾਵਾਂ, ਗਰੀਬਾਂ ਨੂੰ ਨਿਵਾਜਣ ਵਾਲਿਆ। ਧੰਨ ਧੰਨ ਸਾਹਿਬੇ ਕਮਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਆਪਾਂ ਅੱਜ ਮਨਾ ਰਹੇ ਹਾਂ। ਗੁਰੂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਨੇ। ਗੱਲ ਮੈਂ ਆਰੰਭ ਕਰਦਾ, ਜਦੋਂ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਗੁਰਤਾ ਗੱਦੀ ਦਿਵਸ ਮਨਾਇਆ ਗਿਆ ਸੀ ਅੰਮ੍ਰਿਤਸਰ ਸਾਹਿਬ ਵਿੱਚ, ਤੇ ਇੱਕ ਸਰਵ ਧਰਮ ਸੰਮੇਲਨ ਹੋਇਆ ਸੀ। ਸਰਵ ਧਰਮ ਸੰਮੇਲਨ ਭਾਵ ਜਿੱਥੇ ਸਾਰੇ ਧਰਮਾਂ ਦੇ ਜੋ ਚੋਟੀ ਦੇ ਵਿਦਵਾਨ ਹੁੰਦੇ ਨੇ। ਜਿਸ ਤਰ੍ਹਾਂ ਸਨਾਤਨ ਧਰਮ ਵਿੱਚੋਂ ਜੋ ਉਸ ਸਮੇਂ ਦਾ ਮਸ਼ਹੂਰ ਵਿਦਵਾਨ ਸੰਤ ਰਵੀ ਸ਼ੰਕਰ ਉਹ ਆਏ ਸਨ, ਇਸ ਤਰ੍ਹਾਂ ਹੀ ਮੁਸਲਮਾਨ ਧਰਮ ਵਿੱਚ ਜੋ ਵਿਦਵਾਨ ਸਨ ਉਹ ਆਏ ਸਨ। ਇੱਕ ਇੱਕ ਵਿਦਵਾਨ ਹਰ ਇੱਕ ਧਰਮ ਦਾ ਸੱਦਿਆ ਜਾਂਦਾ ਹੈ। ਸਰਬ ਧਰਮ ਸੰਮੇਲਨ ਹੋਇਆ ਸੀ ਤੇ 40-42 ਲੱਖ ਦੇ ਕਰੀਬ ਉਸ ਸਮੇਂ ਸੰਗਤ ਇਕੱਠੀ ਹੋਈ ਸੀ। ਕਹਿੰਦੇ ਨੇ ਕਿ
ਨਿਜ਼ਾਮੁਦੀਨ ਔਲੀਆ ਜੋ ਦਰਗਾਹ ਹੈ ਉਹਦਾ ਜੋ ਮਜ਼ਹਰ ਹੈ, ਜੋ ਮੁਖੀ ਵਿਦਵਾਨ ਹੈ, ਉਹ ਵੀ ਆਇਆ। ਤੇ ਪਿਆਰਿਓ, ਉਹ 40-42 ਲੱਖ ਦੇ ਇਕੱਠ ਵਿੱਚ ਉਸ ਮੁਸਲਮਾਨ ਵਿਦਵਾਨ ਦੇ ਜੋ ਬੋਲ ਸਨ ਹੂ ਮੈਂ ਤੁਹਾਡੇ ਸਾਹਮਣੇ ਰੱਖਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਰਥਾਏ ਕਿਉਂਕਿ ਕੋਈ ਆਪਣਾ ਕਵੇ ਤਾਂ ਚਲੋ ਕਹਿ ਸਕਦੇ ਹਾਂ ਕਿ ਆਪਣਾ ਹੈ ਤਾਂ ਕਹਿਣਾ ਹੀ ਹੈ, ਵਡਿਆਈ ਕਰਨੀ ਹੈ। ਪਰ ਉਹ ਮੁਸਲਮਾਨ ਵਿਦਵਾਨ ਇਹ ਆਖਦਾ ਹੈ, ਕਹਿੰਦਾ ਹੈ ਕਿ ਹਾਲੇ ਦੁਨੀਆ ਸਮਝਦਾਰ ਨਹੀਂ ਹੈ, ਹਾਲੇ ਦੁਨੀਆ ਅਕਲ ਵਾਲੀ ਨਹੀਂ ਹੈ। ਜਦੋਂ ਕਹਿੰਦਾ ਦੁਨੀਆ ਨੂੰ ਅਕਲ ਆ ਗਈ, ਸਮਝ ਆ ਗਈ, ਤਾਂ ਸਾਰੀ ਦੁਨੀਆ ਦਾ ਧਾਰਮਿਕ ਗ੍ਰੰਥ ਇੱਕੋ ਹੀ ਹੋਵੇਗਾ, ਉਹ ਹੋਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਾਰੀ ਦੁਨੀਆ ਦਾ ਧਾਰਮਿਕ ਗ੍ਰੰਥ ਇੱਕੋ ਹੀ ਹੋਵੇਗਾ, ਉਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਉਸ ਮੁਸਲਮਾਨ ਵਿਦਵਾਨ ਦੇ ਬੋਲ ਸਨ। ਤੇ ਪਿਆਰਿਓ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਸਤਿਗੁਰੂ ਪਾਤਸ਼ਾਹ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਦੇ ਨੇ। ਕਿਉਂ ਸ਼ਬਦ ਗੁਰੂ ਦੇ ਨਾਲ ਜੋੜਿਆ? ਕਿਉਂਕਿ ਸਤਿਗੁਰੂ ਰਵਿਦਾਸ, ਗੁਰੂ ਨਾਨਕ ਪਾਤਸ਼ਾਹ ਜਾਂ ਸਤਿਗੁਰੂ ਕਬੀਰ ਜੀ ਮਹਾਰਾਜ, ਇਹਨਾਂ ਦੇ ਆਉਣ ਤੋਂ ਜੋ ਪਹਿਲਾਂ ਦਾ ਸਮਾਂ ਸੀ, ਇਹ ਬੜਾ ਭਿਅੰਕਰ ਸਮਾਂ ਸੀ। ਕਿਉਂਕਿ ਮੂਰਤੀ ਪੂਜਾ, ਉਸ ਪਰਮੇਸ਼ਰ ਨੂੰ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਪੂਜਣ ਦਾ ਇੱਕ ਰੀਤੀ ਰਿਵਾਜ ਚੱਲ ਗਿਆ ਸੀ, ਜਾਂ ਮੈਂ ਸੌਖੇ ਲਫ਼ਜ਼ਾਂ ਦੇ ਵਿੱਚ ਕਹਿ ਲਵਾਂ ਕਿ ਉਸ ਪਰਮੇਸ਼ਰ ਦੇ ਨਾਮ ਤੇ, ਪ੍ਰਭੂ ਦੇ ਨਾਮ ਤੇ ਧੰਦਾ ਚੱਲ ਪਿਆ ਸੀ। ਤੇ ਜੋ ਪਹਿਲੇ ਧਾਰਮਿਕ ਗ੍ਰੰਥ ਹੁੰਦੇ ਸਨ, ਉਹਨਾਂ ਨੂੰ ਪੜ੍ਹਨ ਦਾ ਅਧਿਕਾਰ ਸਾਡੇ ਲੋਕਾਂ ਨੂੰ ਬਿਲਕੁਲ ਨਹੀਂ ਸੀ। ਇਸ ਕਰਕੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਂਦ ਵਿੱਚ ਆਏ ਨੇ। ਗੁਰੂ ਗ੍ਰੰਥ ਸਾਹਿਬ ਤਾਂ ਵੈਸੇ ਅਸੀਂ ਬਾਅਦ ਵਿੱਚ ਕਹਿਣਾ ਸ਼ੁਰੂ ਕੀਤਾ ਹੈ, ਪਹਿਲਾਂ ਪੋਥੀ ਸਾਹਿਬ ਹੀ ਕਹਿੰਦੇ ਸਨ, ਪਰ ਪੁਰਾਣਾ ਜੋ ਪੁਰਾਤਨ ਨਾਮ ਹੈ ਉਹ ਪੋਥੀ ਸਾਹਿਬ ਹੀ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਵਾਕ ਆਉਂਦਾ ਹੈ ਕਿ ਪੋਥੀ ਪਰਮੇਸ਼ਰ ਕਾ ਥਾਨ, ਜਾਂ ਪੋਥੀ ਸ਼ਬਦ ਸਤਿਗੁਰ ਕਬੀਰ ਜੀ ਨੇ ਵਰਤਿਆ ਹੈ। ਕਿਉਂਕਿ ਪੋਥੀ ਲਫ਼ਜ਼ ਉੱਥੋਂ ਹੀ ਪਹਿਲਾਂ ਹੀ ਚੱਲ ਪਿਆ ਸੀ। ਸਤਿਗੁਰ ਆਖਦੇ ਨੇ ਕਿ ਕਮਰਬੱਧ ਪੋਥੀ, ਭਾਵ ਕਿ ਪੋਥੀ ਨੂੰ ਕਮਰ ਕੱਸਾ ਕੀਤਾ ਹੋਇਆ ਹੈ। ਤੇ ਪੋਥੀ ਹੀ ਸ਼ਬਦ ਫਿਰ ਗੁਰੂ ਅਰਜਨ ਦੇਵ ਜੀ ਹੁਣੀ ਵੀ ਵਰਤਿਆ ਸਤਿਗੁਰਾਂ ਨੇ, ਕਿ ਇਸ ਧਰਮ ਗ੍ਰੰਥ ਦੀ ਜੋ ਰਚਨਾ ਹੈ ਉਹ ਸ਼ੁਰੂ ਤਾਂ ਸਤਿਗੁਰ ਕਬੀਰ ਜੀ ਦੇ ਸਮੇਂ ਹੀ ਹੋ ਗਈ ਸੀ। ਇਸ ਧਰਮ ਗ੍ਰੰਥ ਦੀ ਰਚਨਾ ਸਤਿਗੁਰ ਕਬੀਰ ਜੀ ਦੇ ਸਮੇਂ ਹੀ ਸ਼ੁਰੂ ਹੋ ਗਈ ਸੀ। ਤੇ ਪਿਆਰਿਓ, ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਸਾਰੇ ਮਹਾਂਪੁਰਸ਼ਾਂ ਦੀ ਬਾਣੀ ਇਕੱਤਰ ਕਰਕੇ ਇੱਕ ਗਿਆਨ ਦਾ ਸਾਗਰ ਸਾਨੂੰ ਦਿੱਤਾ ਹੈ, ਇੱਕ ਗਿਆਨ ਦਾ ਐਸਾ ਚਸ਼ਮਾ ਦਿੱਤਾ ਹੈ ਜਿਹੜਾ ਕਦੇ ਮੁੱਕ ਨਹੀਂ ਸਕਦਾ। ਜਿੰਨਾ ਕੋਈ ਗਹਿਰਾ ਜਾਏਗਾ ਉਨਾ ਕੋਈ ਇਸ ਦੇ ਵਿੱਚੋਂ ਗਿਆਨ ਕੱਢ ਲਏਗਾ। ਸਾਰੇ ਮਹਾਂਪੁਰਸ਼ਾਂ ਦੀ ਬਾਣੀ ਇੱਕ ਥਾਂ ਇਕੱਠੀ ਕੀਤੀ। ਤੇ ਕਈ ਵਿਦਵਾਨ ਇਹ ਗੱਲ ਆਖ ਦਿੰਦੇ ਨੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਭਗਤ ਸਹਿਬਾਨ ਸਨ, ਜੋ ਨੀਵੀਆਂ ਜਾਤਾਂ ਦੇ ਸਨ, ਉਹਨਾਂ ਦੀ ਬਾਣੀ ਵੀ ਇਸ ਗ੍ਰੰਥ ਵਿੱਚ ਪਾ ਕੇ ਉਹਨਾਂ ਨੂੰ ਵੀ ਮਾਣ ਵਡਿਆਈ ਬਖਸ਼ੀ। ਗੁਰੂ ਪਿਆਰਿਓ, ਜੋ ਲਫ਼ਜ਼ ਇਹ ਬਹੁਤ ਗਲਤ ਹੈ। ਦੇਖੋ, ਮੈਂ ਪਹਿਲਾਂ ਕਿਹਾ ਹੈ ਕਿ ਜਿਹੜਾ ਇੱਕ ਸਿੱਖ ਲਹਿਰ ਹੈ ਜਾਂ ਫਿਰ ਜਿਹੜੀ ਗੁਰਮਤਿ ਹੈ, ਸਿੱਖ ਲਹਿਰ ਵੀ ਆਪਾਂ ਇੱਕ ਪਾਸੇ ਰੱਖੀਏ, ਜਿਹੜੀ ਗੁਰਮਤਿ ਹੈ, ਗੁਰੂ ਦੀ ਮੱਤ ਹੈ, ਇਹਦੀ ਆਰੰਭਤਾ ਤੇ ਸਤਿਗੁਰ ਰਵਿਦਾਸ, ਸਤਿਗੁਰ ਕਬੀਰ ਜੀ ਮਹਾਰਾਜ ਤੋਂ ਹੋ ਗਈ ਸੀ। ਇਹ ਤੇ ਉਹਨਾਂ ਤੋਂ ਹੋ ਗਈ ਸੀ। ਇਹ ਕੋਈ ਮਜਬੂਰੀ ਨਹੀਂ ਸੀ ਕਿ ਇਹਨਾਂ ਦੀ ਬਾਣੀ ਪਾਉਣੀ ਪੈਣੀ ਸੀ, ਨਹੀਂ, ਇਹ ਹੱਕ ਸੀ। ਕਿਉਂਕਿ ਇਹ ਰਸਤਾ, ਇਹ ਮਾਰਗ, ਗੁਰਮਤਿ ਦਾ ਮਾਰਗ, ਇਹ ਉਹਨਾਂ ਮਹਾਂਪੁਰਖਾਂ ਤੋਂ ਆਰੰਭ ਹੋਇਆ ਮਾਰਗ ਸੀ। ਉਹਨਾਂ ਮਹਾਂਪੁਰਖਾਂ ਤੋਂ ਆਰੰਭ ਹੋਇਆ ਮਾਰਗ ਸੀ ਗੁਰਮਤਿ ਦਾ ਮਾਰਗ। ਤੇ ਪਿਆਰਿਓ, ਸ਼ਬਦ ਗੁਰੂ, ਆਓ ਆਪਾਂ ਬਾਣੀ ਦੇ ਨਾਲ ਵੀ ਜੁੜਨਾ, ਫਿਰ ਵਿਚਾਰਾ ਇਸ ਤਰ੍ਹਾਂ ਆਰੰਭ ਰੱਖਾਂਗੇ। ਆਓ ਸਤਿਗੁਰਾਂ ਦੀ ਬਾਣੀ, ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਇਹ ਸ਼ਬਦ ਆਪਾਂ ਉਚਾਰ ਕੇ ਇਸੇ ਤਰ੍ਹਾਂ ਵਿਚਾਰਾਂ ਫਿਰ ਆਰੰਭ ਰੱਖਾਂਗੇ।
गुरबाणी गावे है पाई, गुरबाणी गावे है पाई, गुरबाणी गावे है पाई, गुरबाणी गावे है पाई। ओह सफल सदा सुखदाई, ओह सफल सदा सुखदाई, ओह सफल सदा सुखदाई, ओह सफल सदा सुखदाई। गुरबाणी गावे है पाई, गुरबाणी गावे है पाई, गुरबाणी गावे है पाई, गुरबाणी गावे है पाई। गुरपूरे पूरी कीनी, बख्शे अपनी कर दीनी। गुरपूरे पूरी कीनी, बख्शे अपनी कर दीनी। नित्य आनंद सुख पाया, थान सगले सुखी वसाया, थाव सगले सुखी वसाया, थाव सगले सुखी वसाया। गुरबाणी गावे है पाई, गुरबाणी गावे है पाई, गुरबाणी गावे है पाई, गुरबाणी गावे है पाई। ओह सफल सदा सुखदाई, ओह सफल सदा सुखदाई, ओह सफल सदा सुखदाई, ओह सफल सदा सुखदाई। गुरबाणी गावे है पाई, गुरबाणी गावे है पाई, गुरबाणी गावे है पाई, गुरबाणी गावे है पाई। हर की भगत फलदाती, हर की भगत फलदाती। गुरपूरे कृपा कर दीनी, विरले कि नहीं जाती। गुरपूरे कृपा कर दीनी, विरले कि नहीं जाती, विरले कि नहीं जाती, विरले कि नहीं जाती। गुरबाणी गावे है पाई, गुरबाणी गावे है पाई, गुरबाणी गावे है पाई, गुरबाणी गावे है पाई। सफल सदा सुखदाई,
ओह सफल सदा सुखदाई, ओह सफल सदा सुखदाई, ओह सफल सदा सुखदाई। गुरबाणी गावे है पाई, गुरबाणी गावे है पाई, गुरबाणी गावे है पाई, गुरबाणी गावे है पाई। ओह सफल सदा सुखदाई, ओह सफल सदा सुखदाई, ओह सफल सदा सुखदाई, ओह सफल सदा सुखदाई। गुरबाणी गावे है पाई, गुरबाणी गावे है पाई। कह दियो गुरबाणी, लवाओ हाजरी प्यारे एक बार पाई, गुरबाणी गावे पाई, गुरबाणी गावे है पाई, गुरबाणी गावे है पाई। जपो गुरबाणी गावे पाई, गुरबाणी गावे पाई। आवो सिख सतगुर के प्यारे हो, गावो सच्ची बाणी। गुरु प्यारे हो, सतगुर आखदे ने कि सतगुर बिना होर कच्ची है बाणी। सतगुर बिना भाव के जिसने प्रभु ਨੂੰ ਜਾਣ ਲਿਆ ਏ, ਪ੍ਰਭੂ ਦੇ ਬੋਲ ਜੋ ਆਪਣੀ ਰਸਨਾ ਨਾਲ ਸੰਸਾਰ ਨੂੰ ਦੱਸ ਰਿਹਾ ਏ, ਐਸੇ ਪੁਰਖ ਤੋਂ ਬਿਨਾ ਹੋਰ ਜਿੰਨੀ ਵੀ ਬਾਣੀ ਹੈ, ਭਾਵ ਕਿ ਜਿਸ ਵਿੱਚ ਸੱਚ ਦੀ ਵਿਚਾਰ ਨਹੀਂ, ਜਿਸ ਵਿੱਚ ਇੱਕ ਦੀ ਵਿਚਾਰ ਨਹੀਂ, ਜੋ ਬੋਲ ਇੱਕ ਦੇ ਨਾਲ ਨਹੀਂ ਜੋੜਦੇ, ਉਹ ਸਾਰੇ ਹੀ ਬੋਲ ਕੱਚੀ ਬਾਣੀ 'ਚ ਨੇ। ਜਿਹੜੇ ਇੱਕ ਦੇ ਨਾਲ ਜੋੜਦੇ ਨੇ, ਜਿਹੜੇ ਇੱਕ ਦੀ ਗੱਲ ਕਰਦੇ ਨੇ, ਤੇ ਗੁਰੂ ਪਿਆਰਿਓ ਉਹੀ ਪੱਕੀ ਬਾਣੀ ਹੈ। ਤੇ ਤੁਸੀਂ ਦੇਖਿਆ ਹੋਵੇਗਾ ਗੁਰੂ ਗ੍ਰੰਥ ਸਾਹਿਬ ਦਾ ਆਪਾਂ ਜਦੋਂ ਪਾਠ ਕਰਦੇ ਹਾਂ, ਬਹੁਤ ਵਾਰੀ ਸਤਿਗੁਰਾਂ ਨੇ ਪੂਰਾ ਗੁਰੂ ਸ਼ਬਦ ਬਹੁਤ ਵਰਤਿਆ ਹੈ। ਪੂਰਾ ਗੁਰ ਅਰਾਧਿਆ ਜਾਂ ਗੁਰ ਪੂਰੈ ਮੇਰੀ ਰਾਖ ਲਈ। ਪੂਰਾ ਗੁਰ ਕਿਉਂ ਸਤਿਗੁਰਾਂ ਨੇ ਇਹ ਲਫ਼ਜ਼ ਵਰਤਿਆ ਹੈ? ਕਿਉਂਕਿ ਇੱਥੇ ਸਵਾਲ ਪੈਦਾ ਹੁੰਦਾ ਹੈ, ਜੇਕਰ ਪੂਰਾ ਗੁਰੂ ਹੈ ਤਾਂ ਇਹਦਾ ਮਤਲਬ ਅਧੂਰਾ ਵੀ ਹੋਵੇਗਾ। ਉਸ ਸਮੇਂ ਜਿਹੜਾ ਮਹਾਰਾਜ ਨੇ, ਉਸ ਸਮੇਂ ਵੀ ਇਸ ਤਰ੍ਹਾਂ ਹੀ ਪਖੰਡਵਾਦ ਚੱਲਦਾ ਹੋਵੇਗਾ, ਤਾਂ ਹੀ ਸਤਿਗੁਰਾਂ ਨੇ ਖਾਸ ਪੂਰੇ ਗੁਰੂ ਦਾ ਪੂਰਾ ਗੁਰੂ ਕਹਿ ਕੇ ਜ਼ਿਕਰ ਕੀਤਾ। ਇਹਦਾ ਮਤਲਬ ਉਸ ਸਮੇਂ ਵੀ ਅਧੂਰੇ ਗੁਰੂ ਸਨ। ਉਸ ਸਮੇਂ ਵੀ ਦੁਕਾਨਦਾਰੀ ਚੱਲਦੀ ਸੀ ਧਰਮ ਦੇ ਨਾਂ ਤੇ। ਤੇ ਗੁਰੂ ਪਿਆਰਿਓ, ਇੱਕ ਸ਼ਾਇਰ ਬਹੁਤ ਹੀ ਖੂਬਸੂਰਤ ਲਿਖਦਾ ਹੈ, ਕਹਿੰਦਾ ਹੈ ਕਿ ਕਿਸ ਸੇ ਪਤਾ ਪੁੱਛੇ ਹੈ ਮੰਜ਼ਿਲੇ ਜਾਣਾ। ਮੈਂ ਕਹਿੰਦੇ ਨੇ ਕਿ ਮੈਂ ਮੰਜ਼ਿਲ ਤੇ ਪਹੁੰਚਣਾ ਹੈ, ਮੈਂ ਆਪਣੀ ਮੰਜ਼ਿਲ ਤੇ ਜਾਣਾ ਚਾਹੁੰਦਾ ਹਾਂ, ਮੈਂ ਕਿਹਨੂੰ ਪੁੱਛਾਂ? किस से पता पूछे है मंजिले जाना, जिसको थी खबर वो बेखबर निकला। कहते ने कि जेनू ते मंजिल दी खबर सी, जेड़ा ते पता दस सकदा सी, वो इन्ना मस्त है, वो इन्ना रंग विच है, वो पता दस नहीं सकदा। भाव वो कहते ने, वो कह देंदे ने कि अकथ है असी बयान नहीं कर सकते। वो कहते ने कि गूंगे गुड़ खाया पूछे ते क्या कहीए। किसी गूंगे बंदे नूं बहुत मिठा दे दिओ, चलो गुड़ दे दिओ, पहले जमाने च ही मठियाई के तौर पर ज़्यादा वरत्या जाता सी। कहते ने कि गुड़ दे दिता किसी गूंगे बंदे नूं, ते इहनूं हुण पुछो भी किदां दा तैनूं लग्गिआ है। वो बोल थोड़ी सकदा है, वो बोल नहीं सकता, सिर्फ अपने हाव भाव के नाल समझा सकता। इस तरह जेड़े उस परमेश्वर के रंग में रंगे जाते हैं, वो फिर कह देंगे ने भी अकथ है असी कथन नहीं कर सकते। कहता एक शायर कि जिसनों पता है परमेश्वर का, वो दस नहीं रहे, वो बोल नहीं रहे, तो जिन्होंने पता है नहीं वो गुरु होने का दावा करते पे ने, जिन्होंने पता कुछ नहीं वो गुरु होने का दावा करते पे ने। तो गुरु प्यारिओ, जिस तरह मैं पहला गल आरंभता की सी कि गुरमत आउण तो पहला
ਗੁਰਮਤਿ ਆਉਣ ਤੋਂ ਪਹਿਲਾਂ ਬੜਾ ਕਰਮ ਕਾਂਡ ਸੀ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਦੀ ਪਰਿਕਰਮਾ ਕਰਦੀ ਹੈ। ਸ਼ਬਦ ਜਿਹੜਾ ਤੁਸੀਂ ਮਰਜ਼ੀ ਪੜ੍ਹ ਲਓ, ਜਦੋਂ ਵੀ ਰਹਾਉ ਦੀ ਪੰਕਤੀ ਤੇ ਆਓਗੇ, ਰਹਾਉ ਦੀ ਪੰਕਤੀ ਤੇ ਆਓਗੇ ਤਾਂ ਇੱਕ ਦੀ ਹੀ ਗੱਲ ਹੋਵੇਗੀ, ਸਾਰਾ ਸ਼ਬਦ ਇੱਕ ਦੇ ਪਰਿਕਰਮਾ ਕਰਦਾ ਹੋਵੇਗਾ। ਕਿਉਂਕਿ ਸਤਿਗੁਰਾਂ ਨੇ ਬਾਣੀ ਵਿੱਚ ਦੂਸਰ ਖਤਮ ਕੀਤੀ ਹੈ ਕਿ ਉਹ ਪਰਮੇਸ਼ਰ, ਉਹ ਪ੍ਰਭੂ ਇੱਕ ਹੈ। ਆਪਾਂ ਜਦੋਂ ਬਾਣੀ ਪੜ੍ਹਦੇ ਹਾਂ, ਸ਼ਬਦ ਪੜ੍ਹਦੇ ਹਾਂ ਨਾ, ਤਾਂ ਤੁਸੀਂ ਨੋਟ ਕਰੋ ਜਿੱਥੇ ਰਹਾਉ ਆਉਂਦਾ ਹੈ, ਰਹਾਉ ਦਾ ਮਤਲਬ ਹੁੰਦਾ ਹੈ ਕਿ ਠਹਿਰੋ, ਠਹਿਰ ਜਾ, ਰੁਕ ਜਾ, ਵਿਚਾਰ ਕਰ, ਇਹਨੂੰ ਪੜ੍ਹ ਕੇ ਲੰਘ ਨਾ ਜਾ। ਹੁਣ ਚਲੋ ਅਸੀਂ ਤਾਂ ਅਖੰਡ ਪਾਠ ਕਰਦੇ ਹਾਂ, ਸਾਡੀ ਤਾਂ ਚਲੋ ਮਜਬੂਰੀ ਹੈ ਕਿ ਸਾਨੂੰ 2 ਘੰਟੇ ਵਿੱਚ 60-70 ਅੰਗ ਕਰਨੇ ਪੈਂਦੇ ਨੇ, ਕਿਉਂਕਿ ਉਹ ਟਾਈਮ ਪੀਰੀਅਡ ਹੈ। ਪਰ ਵੈਸੇ ਬਾਣੀ ਇਸ ਤਰ੍ਹਾਂ ਨਹੀਂ, ਬਾਣੀ ਤੇ ਵਿਚਾਰਨ ਦਾ ਵਿਸ਼ਾ ਹੈ। ਤਾਂ ਹੀ ਤੇ ਮਹਾਰਾਜ ਨੇ ਰਹਾਉ ਲਫ਼ਜ਼ ਵਰਤਿਆ। ਰਹਾਉ ਦਾ ਮਤਲਬ ਹੁੰਦਾ ਠਹਿਰਨਾ, ਇਹਨੂੰ ਵਿਚਾਰ ਕਰ, ਇਹਨੂੰ ਪੜ੍ਹ ਕੇ ਲੰਘ ਨਾ ਜਾ। ਪਰ ਗੁਰੂ ਪਿਆਰਿਓ, ਸਾਨੂੰ ਤੇ ਦੌੜ ਲੱਗੀ ਹੁੰਦੀ ਹੈ। ਕਈ ਆਖਦੇ ਨੇ ਕਿ ਨਹੀਂ ਜੀ, ਮੈਨੂੰ ਤਾਂ ਮੇਰੇ ਸੰਤਾਂ ਨੇ ਦੱਸਿਆ ਹੀ 108 ਪਾਠ ਤੇ ਮੂਲ ਮੰਤਰ ਦਾ ਕਰਨਾ ਹੈ ਰੋਜ਼, ਤੇ 10 ਪਾਠ ਤੇ 50 ਪਾਠ 55 ਪਾਠ ਜਪਜੀ ਸਾਹਿਬ ਦੇ ਕਰਨੇ ਨੇ। ਫਿਰ ਹਾਉ ਦਾ ਤਾਂ ਉੱਥੇ ਮਤਲਬ ਹੀ ਨਹੀਂ ਰਹਿ ਜਾਂਦਾ। ਮੈਂ ਤੇ 4 ਪਾਠ ਇੱਕ ਦਿਨ 'ਚ ਸੁਖਣੀ ਸਾਹਿਬ ਦੇ ਨਿਬੇੜਨੇ ਨੇ, ਉਹ ਫਿਰ ਨਿਬੜਦੇ ਹੀ ਨੇ, ਅੰਦਰ ਨਹੀਂ ਵਸਦੇ, ਉਹ ਨਿਬੜਦੇ ਹੀ ਨੇ। ਬਾਣੀ ਤੇ ਰਹਾਉ ਦਾ ਤਾਂ ਮਤਲਬ ਇਹ ਹੈ ਕਿ ਪੁਰਖਾ ਪੰਗਤੀ ਭਾਵੇਂ ਤੂੰ ਬਾਣੀ ਦੀ ਰੋਜ਼ ਇੱਕ ਪੜ੍ਹ, ਉਹਨੂੰ ਵਿਚਾਰ, ਉਹ ਤੇ ਰੁਕ, ਉਹ ਦੇਖ ਕੇ ਮਹਾਰਾਜ ਸਮਝਾਉਣਾ ਕੀ ਕਰ ਰਹੇ ਨੇ, ਚਾਹੇ ਇੱਕ ਪੰਗਤੀ ਪੜ੍ਹ। ਤੇ ਗੁਰੂ ਪਿਆਰਿਓ, ਸਾਰੀ ਬਾਣੀ ਇੱਕ ਦੀ ਪਰਿਕਰਮਾ ਕਰਦੀ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਅੱਖਰ ਵੀ ਇੱਕ ਹੈ, ਇੱਕ ਤੋਂ ਆਰੰਭ ਹੁੰਦੀ ਹੈ। ਸਤਿਗੁਰ ਆਖਦੇ ਨੇ ਕਿ ਜਿਹੜਾ ਆਪਾਂ ਮੂਲ ਮੰਤਰ ਪੜ੍ਹਦੇ ਹਾਂ, ਇੱਕ ਓੰਕਾਰ ਸਤਨਾਮ, ਇੱਕ ਵਾਰੀ ਪੜ੍ਹੋ ਸਾਰੇ ਜਾਣੇ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪਿਆਰਿਓ, ਇਹ ਜੋ ਮੂਲ ਮੰਤਰ ਹੈ, ਮੂਲ ਮੰਤਰ ਗੁਰਪ੍ਰਸਾਦ ਤੱਕ ਖਤਮ ਹੋ ਜਾਂਦਾ ਹੈ। ਅੱਗੇ ਜਪ ਬਾਣੀ ਦਾ ਨਾਮ ਹੈ ਤੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਸੋਚ ਸੀ ਵੀ ਸੱਚ, ਇਹ ਸਲੋਕ ਹੈ। ਜਿਹੜੇ ਬਾਣੀ ਦੇ ਵਿਆਕਰਨ ਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਮੂਲ ਮੰਤਰ ਜੋ ਗੁਰਪ੍ਰਸਾਦ ਤੱਕ ਖਤਮ ਹੋ ਜਾਂਦਾ ਹੈ। ਇਹ ਮੂਲ ਮੰਤਰ ਬਹੁਤ ਵਾਰੀ ਛੋਟੇ ਤੇ ਵੱਡੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦਾ ਹੈ। ਇੱਕ ਤੋਂ ਸ਼ੁਰੂ ਹੁੰਦੀ ਹੈ ਸਤਿਗੁਰਾਂ ਦੀ ਬਾਣੀ, ਇੱਕ ਓੰਕਾਰ, ਭਾਵ ਉਹ ਪਰਮਾਤਮਾ ਇੱਕ ਹੈ। ਕਿਉਂਕਿ ਪਹਿਲਾਂ ਵਿਚਾਰ ਇਹ ਚੱਲਦੀ ਸੀ ਕਿ ਜਨਮ ਦੇਣ ਵਾਲਾ ਹੋਰ ਹੈ, ਪਾਲਣ ਵਾਲਾ ਹੋਰ ਹੈ, ਤੇ ਮ੍ਰਿਤਿਉ ਦਾ ਦੇਵਤਾ ਹੋਰ ਹੈ। ਪਰ ਗੁਰਮਤਿ ਨੇ ਕਿਹਾ ਨਹੀਂ, ਜੇ ਉਹ ਜਨਮ ਦੇ ਸਕਦਾ ਹੈ ਤੇ ਉਹ ਪਾਲ ਵੀ ਸਕਦਾ ਹੈ। ਤੇ ਹੁਣ ਮਨ ਵਿੱਚ ਆਵੇਗਾ ਕਿ ਜਿਹੜਾ ਜਨਮ ਦਿੰਦਾ ਹੈ, ਪਾਲਦਾ ਹੈ, ਉਹ ਆਪਣੇ ਹੱਥੀਂ ਖਤਮ ਕਿੱਦਾਂ ਕਰ ਸਕਦਾ ਹੈ? ਇਹੀ ਤੇ ਉਹਦੀ ਖੇਡ ਹੈ। ਕਿਸ ਤਰ੍ਹਾਂ? ਤੁਸੀਂ ਦੇਖਿਆ ਹੋਵੇਗਾ ਆਪਣੀ ਜ਼ਿੰਦਗੀ ਵਿੱਚ, ਬਚਪਨ 'ਚ ਕਈ ਵਾਰ ਬੱਚੇ ਰੇਤਾ ਥੋੜਾ ਗਿੱਲਾ ਹੋਵੇ ਨਾ, ਰੇਤੇ ਦੇ ਉੱਤੇ ਆਪਣਾ ਪੈਰ ਰੱਖ ਕੇ ਘਰ ਬਣਾ ਦਿੰਦੇ ਨੇ। ਬਹੁਤ ਆਪਾਂ ਬਚਪਨ 'ਚ ਮਿੱਟੀ ਦੇ ਨਾਲ ਜਾਂ ਰੇਤੇ ਨਾਲ ਇਦਾਂ ਕਰਦੇ ਰਹੇ ਹਾਂ। ਕਿਤੇ ਮਿੱਟੀ ਦੀ ਟਰਾਲੀ ਸਿੱਟੀ ਹੋਣੀ ਜਾਂ ਰੇਤੇ ਦੀ, ਬੱਚਿਆਂ ਨੇ ਘਰ ਬਣਾ ਦੇਣਾ ਪੈਰ ਵਿੱਚ ਰੱਖ ਕੇ। ਸਾਰੀ ਦਿਹਾੜੀ ਉੱਥੇ ਮਿਹਨਤ ਕਰਦੇ ਨੇ, ਘਰ ਬਣਾਉਂਦੇ ਨੇ, ਬੜੇ ਖੁਸ਼ੀ ਬਣਾਉਂਦੇ ਨੇ। ਤੇ ਹੁਣ ਸ਼ਾਮ ਹੁੰਦੀ ਹੈ ਪਿਆਰਿਓ, ਤੇ ਮਾਂ ਦੀ ਆਵਾਜ਼ ਆਉਂਦੀ ਹੈ ਕਿ ਪੁੱਤਰ ਰਾਜਾ ਬੇਟਾ, ਸ਼ਾਮ ਹੋ ਗਈ ਹੈ, ਘਰ ਵਾਪਸ ਆ। ਤਾਂ ਦੇਖਿਓ ਉਹ ਬੱਚੇ ਜਿੰਨੀ ਖੁਸ਼ੀ ਦੇ ਨਾਲ ਉਹ ਸਾਰਾ ਦਿਨ ਘਰ ਬਣਾਉਂਦੇ ਰਹੇ ਨੇ, ਤਾਂ ਹੱਸਦੇ ਹੱਸਦੇ ਉਨੀ ਹੀ ਖੁਸ਼ੀ ਦੇ ਨਾਲ ਠੇਡਾ ਮਾਰ ਕੇ ਢਾਹ ਜਾਂਦੇ ਨੇ। ਤੇ ਗੁਰੂ ਪਿਆਰਿਓ, ਇਹੀ ਪ੍ਰਭੂ ਦੀ ਇਹ ਕੁਦਰਤ, ਇਹ ਖੇਲ ਹੈ। ਉਹ ਬਣਾਉਂਦਾ ਹੈ, ਪਾਲਦਾ ਹੈ, ਤੇ ਇਸ ਤਰ੍ਹਾਂ ਹੀ ਖੇਲਦਾ ਸੰਸਾਰ ਉਪਜਦਾ ਹੈ, ਵਿਨਸਦਾ ਜਾਂਦਾ ਹੈ, ਉਪਜਦਾ ਹੈ, ਵਿਨਸਦਾ ਜਾਂਦਾ ਹੈ। ਫਿਰ ਇੱਕ ਨਵਾਂ ਰੰਗ, ਇੱਕ ਨਵਾਂ ਰੂਪ, ਇੱਕ ਨਵਾਂ ਆਕਾਰ ਲੈ ਕੇ ਉਹੀ ਚੀਜ਼ ਸੰਸਾਰ ਤੇ ਫਿਰ ਆ ਜਾਂਦੀ ਹੈ। ਤੇ ਪਿਆਰਿਓ, ਸਤਿਗੁਰ ਆਖਦੇ ਨੇ ਕਿ ਇੱਕ ਓੰਕਾਰੋ ਪ੍ਰਭੂ ਇੱਕ ਹੈ।
ਉਹਦਾ ਕੋਈ ਸ਼ਰੀਕ ਨਹੀਂ ਹੈ, ਉਹਦਾ ਕੋਈ ਦੂਸਰਾ ਤੀਸਰਾ ਨਹੀਂ ਹੈ, ਉਹ ਇੱਕ ਹੈ। ਇੱਕ ਤੋਂ ਹੀ ਇਹ ਸਾਰਾ ਪਸਾਰਾ ਹੋਇਆ ਹੈ। ਵੈਸੇ ਵਿਦਵਾਨ ਇਹ ਕਹਿੰਦੇ ਨੇ ਕਿ ਬ੍ਰਹਿਮੰਡ ਦੀ ਆਵਾਜ਼ ਵੀ ਹੈ, ਕਿਉਂਕਿ ਜਿਹੜੀ ਬਾਣੀ ਹੈ, ਮਾਫ ਕਰਨਾ, ਜਿਹੜੀ ਸ੍ਰਿਸ਼ਟੀ ਹੈ, ਕੁਦਰਤ ਹੈ, ਸੰਸਾਰ ਹੈ, ਇਹ ਸ਼ਬਦ ਤੋਂ ਆਇਆ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੈ ਹੋਏ ਲੱਖ ਦਰਿਆਓ। ਇੱਕ ਆਵਾਜ਼ ਤੋਂ ਇਹ ਸਾਰਾ ਪਸਾਰਾ ਹੋਇਆ ਹੈ, ਸਾਰੀ ਸ੍ਰਿਸ਼ਟੀ ਬਣੀ ਹੈ। ਤੇ ਉਹ ਆਵਾਜ਼ ਕਿਸੇ ਨੇ ਓੰਕਾਰ ਦੀ ਮੰਨੀ ਹੈ, ਕਿਸੇ ਨੇ ਓਮ ਦੀ ਮੰਨੀ ਹੈ, ਕਿਸੇ ਨੇ ਕੁਨ, ਕਿਸੇ ਨੇ ਲਾਗੋਸ, ਤੇ ਗੁਰਮਤਿ ਨੇ ਕਿਹਾ ਇੱਕ ਓੰਕਾਰ, ਜਿਹੜੀ ਬ੍ਰਹਿਮੰਡ ਵਿੱਚ ਹਰ ਵੇਲੇ ਇਹ ਧੁਨ, ਇਹ ਆਵਾਜ਼ ਵੱਜ ਰਹੀ ਹੈ। ਤੇ ਪਿਆਰਿਓ, ਇਹ ਇੱਕ ਓੰਕਾਰ ਸਿਰਫ ਪੜ੍ਹਨ ਲਈ ਜਾਂ ਜਪਣ ਦੇ ਲਈ ਨਹੀਂ, ਇਹਨੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਉੱਤੇ ਵੀ ਲਾਗੂ ਕਰਨਾ ਹੈ। ਇਹ ਜਿਹੜਾ ਮੂਲ ਮੰਤਰ ਹੈ ਨਾ, ਦੇਖੋ, ਇਹ ਪ੍ਰਮਾਤਮਾ ਦੇ ਮੂਲ ਗੁਣ ਨੇ, ਉਸ ਪਰਮੇਸ਼ਰ ਦੇ ਮੂਲ ਗੁਣ ਨੇ। ਪਰ ਇਹ ਸਿਰਫ ਪ੍ਰਮਾਤਮਾ ਦੇ ਨਹੀਂ, ਇਹ ਸਾਡੇ ਅੰਦਰ ਵੀ ਪੈਦਾ ਹੋਣੇ ਚਾਹੀਦੇ ਨੇ। ਅਸੀਂ ਉਹਦਾ ਰੂਪ ਉਦੋਂ ਹੀ ਹੋਵਾਂਗੇ ਜਦੋਂ ਇਹ ਗੁਣ ਸਾਡੇ ਅੰਦਰ ਪੈਦਾ ਹੋ ਗਏ। ਇੱਕ ਓਂਕਾਰ ਦਾ ਗੁਣ ਸਾਡੇ ਅੰਦਰ ਕਿਸ ਤਰ੍ਹਾਂ ਪੈਦਾ ਹੋਵੇਗਾ? ਜਦੋਂ ਸਾਨੂੰ ਸਾਰੀ ਕਾਇਨਾਤ ਇੱਕ ਦਿਸਣ ਲੱਗ ਪਈ, ਜਦੋਂ ਸਾਨੂੰ ਕੋਈ ਜੱਟ ਨਹੀਂ ਦਿਸੇਗਾ, ਜਦੋਂ ਸਾਨੂੰ ਕੋਈ ਚਮਾਰ, ਜਦੋਂ ਕੋਈ ਸਾਨੂੰ ਮਜ਼੍ਹਬੀ, ਜਦੋਂ ਕੋਈ ਸਾਨੂੰ ਸ਼ੀਂਬਾ ਨਾਈ ਇਸ ਤਰ੍ਹਾਂ ਨਹੀਂ ਦਿਸੇਗਾ, ਸਿਰਫ ਇੱਕ ਦਿਸਣਗੇ ਕਿ ਉਸ ਕੁਦਰਤ ਦੇ ਸਭ ਬੰਦੇ ਨੇ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕਛ ਪੋਚ ਮਾਟੀ ਕੈ ਭਾਂਡੇ, ਨਾ ਕਛ ਪੋਚ। ਜਦੋਂ ਇਹ ਸਾਡੇ ਮਨ ਵਿੱਚ ਵਸ ਗਿਆ ਕਿ ਹਾਂ, ਗੁਰਮਤਿ ਨੇ ਸਾਨੂੰ ਇੱਕ ਦਾ ਸੰਦੇਸ਼ ਦਿੱਤਾ ਹੈ, ਤੇ ਇਹ ਸਾਰੇ ਜਿੰਨੀਆਂ ਵੀ ਨਸਲਾਂ ਨੇ ਇਹ ਸਭ ਇੱਕ ਹੈ, ਕੋਈ ਜਾਤ ਪਾਤ ਨਹੀਂ ਹੈ, ਕੋਈ ਭੇਦ ਨਹੀਂ ਹੈ, ਤਾਂ ਸਮਝੋ ਸਾਡੇ ਅੰਦਰ ਇੱਕ ਓਂਕਾਰ ਦਾ ਗੁਣ ਪ੍ਰਗਟ ਹੋ ਗਿਆ। ਪਰ ਇਹ ਜਿੰਨਾ ਕਹਿਣਾ ਸੌਖਾ ਹੈ, ਉਨਾ ਹੀ ਕਰਨਾ ਔਖਾ ਹੈ। ਕਹਿ ਹੋ ਜਾਂਦਾ ਹੈ ਕਿੱਥੇ? ਤੁਸੀਂ ਆਪ ਵਿਚਾਰ ਕਰੋ। ਗੁਰੂ ਮਹਾਰਾਜ ਨੇ ਪਰਿਵਾਰ ਬਾਰੇ ਜੇਲਾਂ ਕੱਟੀਆਂ, ਤਸੀਹੇ ਸਹੇ। ਸਤਿਗੁਰ ਰਵਿਦਾਸ ਮਹਾਰਾਜ ਜੇਲਾਂ 'ਚ, ਸਤਿਗੁਰ ਕਬੀਰ ਜੀ ਜੇਲਾਂ 'ਚ, ਗੁਰੂ ਨਾਨਕ ਪਾਤਸ਼ਾਹ ਲੋਕਾਂ ਦੇ ਬੱਟੇ ਸਹੇ, ਭੂਤਨਾ ਬੇਤਾਲਾ ਆਖਿਆ ਲੋਕਾਂ ਨੇ। ਪਰ ਫਿਰ ਵੀ ਜਿਸ ਮਕਸਦ ਲਈ ਇੰਨਾ ਕੁਝ ਉਹਨੇ ਕੀਤਾ, ਇੰਨਾ ਤਸੱਦਦ ਸਹਿਆ, ਇੰਨੇ ਬੁਰੇ ਹਾਲਾਤ ਦੇਖੇ, ਉਹਨਾਂ ਹਾਲਾਤਾਂ 'ਤੇ ਤਾਂ, ਉਹਨਾਂ ਦੀ ਗੱਲਾਂ 'ਤੇ ਤਾਂ ਅਸੀਂ ਅੱਜ ਵੀ ਨਹੀਂ ਚੱਲ ਰਹੇ। ਅੱਜ ਵੀ ਸਿਆਣੇ ਵਿਦਵਾਨ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ ਕਿ ਜਿਹੜਾ ਸਿੱਖੀ ਦਾ ਬਾਗ ਹੈ ਨਾ, ਬੜਾ ਮਹਾਨ ਸੀ, ਬੜਾ ਸੁੰਦਰ ਸੀ, ਬੜਾ ਅਨਮੋਲ ਬਾਗ ਸੀ। ਇਹ ਇਹੋ ਜਿਹਾ ਬਗੀਚਾ ਸੀ ਕਿ ਸਾਰੀ ਦੁਨੀਆ ਇਹਦੇ ਵਿੱਚ ਸਮਾ ਸਕਦੀ ਸੀ, ਇੰਨੀ ਸੁੰਦਰ ਫੁਲਵਾੜੀ ਸੀ। ਪਰ ਅੱਗੇ ਜਾ ਕੇ ਇਹ ਕਹਿੰਦੇ ਨੇ ਕਿ ਪਰ ਇਸ ਫੁਲਵਾੜੀ ਨੂੰ ਮਾਲੀ ਨਹੀਂ ਚੰਗੇ ਮਿਲੇ, ਇਸ ਫੁਲਵਾੜੀ ਨੂੰ ਮਾਲੀ ਨਹੀਂ ਚੰਗੇ ਮਿਲੇ, ਸਾਰਾ ਬਾਗ ਉਜਾੜ ਕੇ ਰੱਖ ਦਿੱਤਾ। ਸਾਰੀ ਦੁਨੀਆ ਤਾਂ ਅਸੀਂ ਕੀ ਲਿਆਉਣੀ ਸੀ ਇਸ ਬਾਗ ਦੇ ਵਿੱਚ, ਅਸੀਂ ਤਾਂ ਜਿਹੜੇ ਆਪਣੇ ਸੀ ਉਹਨਾਂ ਨੂੰ ਵੀ ਇੱਕ ਕਰਕੇ ਨਹੀਂ ਰੱਖ ਸਕੇ। ਤੇ ਗੁਰੂ ਪਿਆਰਿਓ, ਇਹ ਜੋ ਜਾਤ ਪਾਤ ਹੈ, ਪਹਿਲਾਂ ਵੀ ਗੱਲ ਚੱਲਦੀ ਸੀ, ਅੱਜ ਵੀ ਦੇਖੋ ਫਰਕ ਹੁੰਦੇ ਨੇ। ਕਿਉਂਕਿ ਜਿਹੜਾ ਬ੍ਰਾਹਮਣ ਹੈ ਨਾ, ਉਹ ਇਸ ਤਰੀਕੇ ਨਾਲ ਆਪਣਾ ਕੰਮ ਕਰ ਚੁੱਕਿਆ ਹੈ, ਕੰਮ ਕਰ ਚੁੱਕਿਆ ਹੈ। ਇਹ ਸਾਡੇ ਖੂਨ ਦੇ ਵਿੱਚੋਂ ਇਹ ਚੀਜ਼ਾਂ ਨਹੀਂ ਜਾਣੀਆਂ, ਜਿੰਨਾ ਮਰਜ਼ੀ ਅਸੀਂ ਜ਼ੋਰ ਲਾ ਲਈਏ, ਇਹ ਨਹੀਂ ਜਾਣੀਆਂ। ਕਿਉਂ? ਕਿਉਂਕਿ ਅਸੀਂ ਗੁਰੂ ਨੂੰ ਪੂਜਦੇ ਜ਼ਰੂਰ ਹਾਂ, ਪਰ ਗੁਰੂ ਨੂੰ ਮੰਨਦੇ ਨਹੀਂ, ਗੁਰੂ ਨੂੰ ਮੰਨਦੇ ਨਹੀਂ। ਜੇ ਮੰਨਦੇ ਹੁੰਦੇ ਤਾਂ ਅੱਜ ਸਾਡੇ ਗੁਰੂ ਘਰ ਵੱਖਰੇ ਵੱਖਰੇ ਨਾ ਸਾਰਿਆਂ ਦੇ ਬਣੇ ਹੁੰਦੇ। ਅੱਜ ਗੁਰੂ ਘਰ ਇੱਕ ਹੀ ਹੁੰਦਾ। ਜੇ ਗੁਰੂ ਨੇ ਇੱਕ ਕੀਤਾ, ਪਰ ਅਸੀਂ ਆਪਣੇ ਜ਼ੋਰ ਨਾਲ, ਆਪਣੀ ਈਗੋ ਦੇ ਨਾਲ ਅਸੀਂ ਵੱਖ-ਵੱਖ ਹੋਏ ਹਾਂ। ਤੇ ਗੁਰੂ ਪਿਆਰਿਓ, ਸਤਿਗੁਰ ਪਾਤਸ਼ਾਹ ਨੇ ਇੱਕ ਤੋਂ ਸ਼ੁਰੂ ਕੀਤਾ, ਇੱਕ ਓੰਕਾਰ, ਉਹ ਪਰਮਾਤਮਾ ਇੱਕ ਹੈ। ਜਦੋਂ ਅਸੀਂ ਵੀ ਸਾਰਿਆਂ ਨੂੰ ਇੱਕ ਸਮਝਣ ਲੱਗ ਪਏ, ਅਸੀਂ ਵੀ ਇੱਕ ਸਮਝਣ ਲੱਗ ਪਏ, ਤਾਂ ਸਾਡੇ ਅੰਦਰ ਵੀ ਇੱਕ ਓੰਕਾਰ ਦਾ ਗੁਣ ਪ੍ਰਗਟ ਹੋ ਜਾਏਗਾ। ਪਰ ਹੋਵੇਗਾ ਇਹ ਗੁਰੂ ਦੀ ਸੋਝੀ ਲੈ ਕੇ, ਗੁਰੂ ਦੀ ਸਮਝ ਲੈ ਕੇ। ਤੇ ਪਿਆਰਿਓ, ਅੱਜ ਭਾਵੇਂ ਲੱਖਾਂ ਤੁਸੀਂ ਗੁਰੂ ਘਰਾਂ ਤੇ ਸੋਨਾ ਚੜਾ ਦਿਓ, ਮਹਿੰਗੇ ਤੋਂ ਮਹਿੰਗੀਆਂ ਤੁਸੀਂ ਪਾਲਕੀਆਂ ਬਣਾ ਕੇ ਗੁਰੂ ਘਰ 'ਚ ਰੱਖ ਦਿਓ, ਪਰ ਜਿਸ ਕੌਮ ਦੇ ਅੰਦਰ ਜਾਂ ਜਿਸ ਇਨਸਾਨ ਦੇ ਅੰਦਰ ਜਾਤ ਪਾਤ ਹੈ, ਜਾਂ ਜਿਹੜਾ
ਨਸਲੀ ਤੌਰ ਤੇ ਕਿਸੇ ਨਾਲ ਮਤਭੇਦ ਕਰਦਾ ਏ, ਉਹ ਕਦੇ ਵੀ ਗੁਰੂ ਦੀ ਬਖਸ਼ਿਸ਼ ਦਾ ਪਾਤਰ ਨਹੀਂ ਹੋ ਸਕਦਾ, ਉਹ ਕਦੇ ਵੀ ਗੁਰੂ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ। ਕਿਉਂਕਿ ਸਤਿਗੁਰ ਤਾਂ ਸਾਫ਼ ਆਖਦੇ ਨੇ ਕਿ ਜਾਤ ਕਾ ਗਰਵ ਨਾ ਕਰ ਮੂਰਖ ਗਵਾਰਾ, ਇਸ ਤੇ ਚੱਲੇ ਬਹੁਤ ਬੇਕਾਰਾ। ਗਵਾਰ ਕਹਿੰਦੇ ਨੇ ਪਸ਼ੂ ਨੂੰ। ਸਤਿਗੁਰਾਂ ਨੇ ਤਾਂ ਸਾਫ਼ੇ ਗੱਲੇ ਨਿਬੇੜ ਦਿੱਤੀ ਹੈ ਕਿ ਜਿਹੜਾ ਆਪਣੇ ਆਪ 'ਚ ਬਹੁਤ ਆਪਣੇ ਆਪ ਨੂੰ ਉੱਚੀ ਜਾਤ ਵਾਲਾ ਸਮਝਦਾ ਹੈ ਨਾ, ਉਹ ਗਵਾਰ ਹੈ, ਪਸ਼ੂ ਹੈ, ਉਹਨੂੰ ਕੋਈ ਸਮਝ ਨਹੀਂ, ਉਹਨੂੰ ਕੋਈ ਸਮਝ ਨਹੀਂ। ਵੈਸੇ ਇਹ ਜਾਤ ਪਾਤ ਚਾਹੇ ਅਸੀਂ ਆਪਣੇ ਆਪ ਨੂੰ ਚਮਾਰ ਕਹਿ ਲਈਏ, ਚਾਹੇ ਕੋਈ ਜੱਟ ਕਹਿ ਲੈ, ਜੋ ਵੀ ਮਰਜੀ, ਇਹ ਜਾਤ ਪਾਤ ਬ੍ਰਾਹਮਣ ਵੱਲੋਂ ਦਿੱਤੀ ਹੋਈ ਸਾਨੂੰ ਸਜ਼ਾ ਹੈ, ਇਹ ਸਜ਼ਾ ਹੈ। ਪਰ ਪਤਾ ਨਹੀਂ ਕਿਉਂ ਅੱਜ ਇਹ ਸਜ਼ਾ ਪਿਆਰੀ ਲੱਗਣ ਲੱਗ ਪਈ ਹੈ। ਅਸੀਂ ਆਪਣੇ ਨਾਲ ਇਹ ਲਕਬ ਜੋੜ ਲਏ ਨੇ, ਪਰ ਇਹ ਤੇ ਸਾਨੂੰ ਸਜ਼ਾ ਦੇ ਰੂਪ ਵਿੱਚ ਨਾਮ ਦਿੱਤੇ ਗਏ ਸੀ ਜੇ ਦੇਖਿਆ ਜਾਵੇ। ਨਹੀਂ ਤਾਂ ਪੜ੍ਹ ਕੇ ਦੇਖ ਲਓ, ਇਤਿਹਾਸ ਪੜ੍ਹ ਕੇ ਦੇਖ ਲਓ, ਇਸ ਸਜ਼ਾ ਦੇ ਰੂਪ ਵਿੱਚ ਸਾਨੂੰ ਨਾਮ ਦਿੱਤੇ ਗਏ ਸੀ। ਆਓ ਆਪਾਂ ਇੱਕ ਰਚਨਾ ਵੀ ਉਚਾਰਨ ਕਰੀਏ, ਫਿਰ ਵਿਚਾਰ ਇਸੇ ਤਰ੍ਹਾਂ ਚੱਲਦੀ ਰਹੇਗੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿਸ਼ੇ ਤੇ ਜਦੋਂ ਬੋਲਣਾ ਹੋਵੇ ਨਾ, ਜਦੋਂ ਇੱਕ ਓਂਕਾਰ ਦੇ ਵਿਸ਼ੇ ਤੇ ਬੋਲਣਾ ਹੋਵੇ ਤਾਂ ਇਹ ਵਿਸ਼ਾ ਬਹੁਤ ਵਿਸ਼ਾਲ ਹੈ, ਜਿੱਧਰੋਂ ਮਰਜ਼ੀ ਛੇੜ ਲਓ, ਇਹ ਖਤਮ ਨਹੀਂ ਹੁੰਦਾ। ਪਰ ਆਪਾਂ ਰਹਿੰਦੇ ਸਮੇਂ ਵਿੱਚ ਆਪਾਂ ਸਮਾਪਤੀ ਕਰਨੀ ਹੈ। ਆਓ ਆਪਾਂ ਇੱਕ ਰਚਨਾ ਵੀ ਉਚਾਰਨ ਕਰੀਏ। ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਵਿੱਚ ਰੱਬ ਵਸਦਾ। ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਵਿੱਚ ਰੱਬ ਵਸਦਾ। ਬਾਣੀ ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਵਿੱਚ ਰੱਬ ਵਸਦਾ। ਬਾਣੀ ਗੁਰੂ, ਬਾਣੀ ਵਿੱਚ ਰੱਬ ਪਿਆਰੇ ਜੀ, ਬਾਣੀ ਵਿੱਚ ਰੱਬ ਵਸਦਾ। ਪਿਆਰਿਆ ਬਾਣੀ ਵਿੱਚ ਰੱਬ ਵਸਦਾ। ਪਿਆਰੇ ਜੀ ਬਾਣੀ ਵਿੱਚ ਰੱਬ ਵਸਦਾ। ਪਿਆਰਿਆ ਬਾਣੀ ਵਿੱਚ ਰੱਬ ਵਸਦਾ। ਉਹ ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਵਿੱਚ ਰੱਬ ਵਸਦਾ। ਬਾਣੀ ਗੁਰੂ, ਬਾਣੀ ਵਿੱਚ ਰੱਬ ਵਸਦਾ। ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਵਿੱਚ ਰੱਬ ਵਸਦਾ। ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਵਿੱਚ ਰੱਬ ਵਸਦਾ। ਬਾਣੀ ਵਿੱਚ ਜੀ ਰੱਬ ਵਸਦਾ। ਬਾਣੀ ਵਿੱਚ ਜੀ ਰੱਬ ਵਸਦਾ। ਹਾਂ ਬਾਣੀ ਵਿੱਚ ਜੀ ਰੱਬ ਵਸਦਾ। ਬਾਣੀ ਵਿੱਚ ਜੀ ਰੱਬ ਵਸਦਾ। ਉਹ ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਵਿੱਚ ਰੱਬ ਵਸਦਾ। ਬਾਣੀ ਗੁਰੂ, ਬਾਣੀ ਵਿੱਚ ਰੱਬ ਵਸਦਾ। ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਵਿੱਚ ਰੱਬ ਵਸਦਾ। ਹਾਂ ਪਿਆਰਿਓ, ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਵਿੱਚ ਰੱਬ ਵਸਦਾ। ਇੱਕ ਵਾਰ ਕਹਿੰਦੇ ਨੇ ਕਿ ਕਿਸੇ ਇਨਸਾਨ ਨੇ ਸੁਣਿਆ ਕਿਸੇ ਕੋਲੋਂ, ਕਹਿੰਦਾ ਕਿ ਸਮੁੰਦਰ ਦੇ ਵਿੱਚ ਬੜੇ ਕੀਮਤੀ ਜਵਾਹਰਾਤ, ਹੀਰੇ ਮੋਤੀ ਮਿਲ ਜਾਂਦੇ ਨੇ, ਬੜੀਆਂ ਕੀਮਤੀ ਚੀਜ਼ਾਂ ਨੇ ਸਮੁੰਦਰ ਦੇ ਵਿੱਚ। ਤੇ ਐਦਾਂ ਕਿਸੇ ਕੋਲ ਸੁਣਿਆ ਤੇ ਪਿਆਰਿਓ ਕਹਿੰਦੇ ਨੇ ਕਿ ਸਾਰਾ ਦਿਨ ਕਿ ਕਈ ਦਿਨ ਸਮੁੰਦਰ ਦੇ ਕੰਢੇ ਤੇ ਟਹਿਲਦਾ ਰਿਹਾ, ਘੁੰਮਦਾ ਰਿਹਾ। ਤੇ ਜਦੋਂ ਕੁਝ ਮਿਲਿਆ ਨਾ ਤਾਂ ਫਿਰ ਜਾ ਕੇ ਕਹਿੰਦੇ ਤੁਸੀਂ ਤੇ ਕਹਿੰਦੇ ਸੀ ਸਮੁੰਦਰ ਵਿੱਚ ਬੜੇ ਕੀਮਤੀ ਪਦਾਰਥ ਨੇ, ਮੈਨੂੰ ਤਾਂ ਕਈ ਦਿਨ ਹੋ ਗਏ ਨੇ ਉੱਥੇ ਘੁੰਮਦੇ ਨੂੰ, ਮੈਨੂੰ ਤੇ ਕੁਝ ਨਹੀਂ ਮਿਲਿਆ।
ਉਹ ਕਹਿੰਦੇ ਤੂੰ ਸਮੁੰਦਰ ਦੇ ਵਿੱਚ ਗਿਆ ਸੀ? ਨਹੀਂ ਨਹੀਂ, ਮੈਂ ਤਾਂ ਕਹਿੰਦਾ ਕੰਢੇ ਤੇ ਘੁੰਮ ਰਿਹਾ ਸੀ। ਉਹ ਕਹਿੰਦੇ ਮੂਰਖਾ, ਮਿਲਦਾ ਤੇ ਤਦ ਜੇ ਸਮੁੰਦਰ ਦੇ ਵਿੱਚ ਜਾਂਦਾ, ਜੇ ਗਹਿਰਾਈ ਨੂੰ ਨਾਪਦਾ। ਤੇ ਪਿਆਰਿਓ, ਇਹ ਤਾਂ ਇੱਕ ਸਮਝਾਉਣ ਦਾ ਨਜ਼ਰੀਆ ਏ, ਤਰੀਕਾ ਏ। ਵੈਸੇ ਸਾਡੇ ਵੀ ਹਾਲਾਤ ਇਸ ਤਰ੍ਹਾਂ ਨੇ। ਆਪਾਂ ਗੁਰੂ ਘਰ ਆਉਂਦੇ ਹਾਂ, ਮੱਥਾ ਟੇਕ ਕੇ ਰਮਾਲਾ ਦੇ ਕੇ ਅਰਦਾਸ ਬੇਨਤੀ ਕਰਾ ਕੇ ਚਲੇ ਜਾਂਦੇ ਹਾਂ। ਸਾਰੀ ਉਮਰ ਇੱਦਾਂ ਲੰਘ ਜਾਂਦੀ ਹੈ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਝਾਤ ਮਾਰ ਕੇ ਨਹੀਂ ਦੇਖਦੇ। ਅਸੀਂ ਆਪ ਨਹੀਂ ਪੜ੍ਹਦੇ, ਅਸੀਂ ਵਿਚਾਰਦੇ ਨਹੀਂ। ਇਸ ਲਈ ਫਿਰ ਮੋਤੀ ਸਾਡੀ ਝੋਲੀ ਵਿੱਚ ਪੈਂਦੇ ਨਹੀਂ, ਬਖਸ਼ਿਸ਼ ਸਤਿਗੁਰਾਂ ਦੀ ਪੈਂਦੀ ਨਹੀਂ। ਹੁਣ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਸਤਿਗੁਰ ਕਿਰਪਾ ਕਰਨ, ਕਿਰਪਾ ਕਰਨ, ਬਖਸ਼ਿਸ਼ ਕਰਨ। ਹੁਣ ਬਖਸ਼ਿਸ਼ ਕਿੱਦਾਂ ਕਰਨੀ ਹੈ? ਹੁਣ ਜੇ ਗੁਰੂ ਰਵਿਦਾਸ ਮਹਾਰਾਜ ਦੀ ਬਖਸ਼ਿਸ਼ ਲੈਣੀ ਹੈ, ਕੋਈ ਮਹਾਰਾਜ ਨੇ ਦਰਸ਼ਨ ਦੇ ਕੇ ਤੁਹਾਡੇ ਤੇ ਹੱਥ ਦੇ ਨਾਲ ਕੋਈ ਸ਼ਕਤੀ ਕਰ ਦੇਣੀ ਹੈ? ਨਹੀਂ, ਇਹ ਤੇ ਬ੍ਰਾਹਮਣਵਾਦ ਹੈ, ਤੇ ਬ੍ਰਾਹਮਣ ਮਤ ਹੈ। ਨਹੀਂ, ਜਦੋਂ ਸਤਿਗੁਰਾਂ ਦਾ ਸ਼ਬਦ ਚੱਲ ਰਿਹਾ ਹੈ ਤਾਂ ਸਮਝੋ ਸਤਿਗੁਰ ਬਖਸ਼ਿਸ਼ ਕਰ ਰਹੇ ਨੇ, ਬਖਸ਼ਿਸ਼ ਹੋ ਰਹੀ ਹੈ। ਸ਼ਬਦ ਚੱਲ ਰਿਹਾ ਹੈ, ਸ਼ਬਦ ਸਮਝ ਰਹੇ ਹਾਂ, ਬਖਸ਼ਿਸ਼ ਹੋ ਰਹੀ ਹੈ। ਉਹ ਇਹ ਹੁਣ ਤੇਰੀ ਮਰਜ਼ੀ ਹੈ ਵੀ ਤੂੰ ਆਪਣਾ ਭਾਂਡਾ ਮੁੰਦਾ ਮਾਰਿਆ ਹੈ ਜਾਂ ਉੱਤੇ ਢੱਕਣ ਦਿੱਤਾ ਹੈ। ਤੂੰ ਆਪਣਾ ਬਰਤਨ ਸਿੱਧਾ ਕਰ, ਬਖਸ਼ਿਸ਼ ਝੋਲੀ ਵਿੱਚ ਪਵਾ ਲੈ। ਤੂੰ ਆਪਣੇ ਕਪਾਟ ਖੋਲ ਕੇ ਰੱਖ, ਕੱਲੀ ਕੱਲੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ, ਆਪੇ ਬਖਸ਼ਿਸ਼। ਕਿਉਂਕਿ ਬਖਸ਼ਿਸ਼ ਤਾਂ ਦੇਖੋ, ਜਿਹੜੇ ਦੁੱਖ ਸੁੱਖ ਨੇ ਇਹ ਤਾਂ ਜ਼ਿੰਦਗੀ ਦਾ ਹਿੱਸਾ ਨੇ, ਇਹ ਤਾਂ ਆਉਂਦੇ ਹੀ ਰਹਿਣਗੇ, ਕਦੇ ਦੁੱਖ ਕਦੇ ਸੁੱਖ। ਜੇ ਆਪਾਂ ਕੱਲੀ ਸੁੱਖਾਂ ਦੀ ਗੱਲ ਕਰੀਏ ਜਾਂ ਦੁੱਖਾਂ ਦੀ ਗੱਲ ਕਰੀਏ ਤਾਂ ਜਿਨ੍ਹਾਂ ਦੀ ਅਸੀਂ ਬਾਣੀ ਪੜ੍ਹਦੇ ਹਾਂ, ਜਿਨ੍ਹਾਂ ਦੇ ਰੋਜ਼ ਆਪਾਂ ਜਿਨ੍ਹਾਂ ਨੂੰ ਨਮਸਤਕ ਹੁੰਦੇ ਹਾਂ, ਉਹਨਾਂ ਤੇ ਜਿੰਨੇ ਦੁੱਖ ਆਏ ਨੇ ਸਾਡੇ ਤੇ ਤਾਂ ਉਹਨੇ ਆਏ ਹੀ ਨਹੀਂ ਕਦੇ। ਉਹਨਾਂ ਤੇ ਤਾਂ ਜ਼ਿਆਦਾ ਦੁੱਖ ਆਏ ਨੇ, ਪਰਿਵਾਰਾਂ ਤੇ ਵੀ ਆਏ ਨੇ, ਬੱਚਿਆਂ ਤੇ ਵੀ ਆਏ ਨੇ। ਤੇ ਗੁਰੂ ਪਿਆਰਿਓ, ਜੇਕਰ ਹੁਣ ਆਪਾਂ ਕਹੀਏ ਕਿ ਧੀਆਂ ਪੁੱਤਰਾਂ ਦੀਆਂ ਦਾਤਾਂ ਗੁਰੂ ਮਹਾਰਾਜ ਦਿੰਦੇ ਨੇ, ਤਾਂ ਕਦੇ ਇਤਿਹਾਸ ਪੜ੍ਹ ਕੇ ਦੇਖੋ, ਗੁਰੂ ਨਾਨਕ ਪਾਤਸ਼ਾਹ ਦੀ ਭੈਣ ਬੀਬੀ ਨਾਨਕੀ, ਉਹਨਾਂ ਦੇ ਘਰ ਔਲਾਦ ਨਹੀਂ ਸੀ। ਕੀ ਉਹ ਆਪ ਉਹਨਾਂ ਨੂੰ ਬਖਸ਼ਿਸ਼ ਨਹੀਂ ਕਰ ਸਕਦੇ ਸੀ? ਕਿਉਂ? ਕਿਉਂਕਿ ਗੁਰਮਤ ਇਹ ਚੀਜ਼ਾਂ ਨੂੰ ਨਹੀਂ ਮੰਨਦੀ, ਇਹ ਚੀਜ਼ਾਂ ਨੂੰ ਨਹੀਂ ਮੰਨਦੀ। ਗੁਰਮਤ ਤੇ ਤੁਹਾਨੂੰ ਅਕਲ ਦੇਣਾ ਚਾਹੁੰਦੀ ਹੈ, ਤੁਹਾਡੇ ਕਪਾਟ ਖੋਲ੍ਹਣਾ ਚਾਹੁੰਦੀ ਹੈ, ਤਾਂ ਜੋ ਤੁਸੀਂ ਇੰਨੇ ਸੂਝਵਾਨ ਹੋ ਸਕੋ ਕਿ ਆਪਣਾ ਰਸਤਾ ਆਪ ਬਣਾਓ। ਤੁਸੀਂ ਦੇਖਿਆ ਹੋਵੇਗਾ ਸਮੁੰਦਰ ਵਿੱਚ ਕੋਈ ਰਸਤਾ ਨਹੀਂ ਬਣਿਆ। ਮੱਛੀ ਦੇ ਤੁਰਨ ਦੇ ਲਈ ਸਮੁੰਦਰ ਵਿੱਚ, ਪਾਣੀ ਵਿੱਚ ਕੋਈ ਰਸਤਾ ਨਹੀਂ ਹੁੰਦਾ। ਜਦੋਂ ਮੱਛੀ ਚੱਲਣਾ ਸ਼ੁਰੂ ਕਰਦੀ ਹੈ ਤਾਂ ਆਪਣੇ ਆਪ ਰਸਤਾ ਬਣਦਾ ਜਾਂਦਾ ਹੈ। ਤੇ ਪਿਆਰਿਓ, ਇਸੇ ਤਰ੍ਹਾਂ ਜਦੋਂ ਬੇਸ਼ੱਕ ਤੁਸੀਂ ਆਪਾਂ ਕਹਿੰਦੇ ਆ ਕਿ ਸਾਨੂੰ ਬਾਣੀ ਦੀ ਕੋਈ ਸਮਝ ਨਹੀਂ ਲੱਗਦੀ, ਅਸੀਂ ਕੀ ਕਰੀਏ, ਸਾਨੂੰ ਸਮਝ ਨਹੀਂ ਲੱਗਦੀ, ਪੜ੍ਹਦੇ ਹਾਂ, ਆਵਾਸੀਆਂ ਆਉਂਦੀਆਂ ਨੇ, ਅਵੇਸਲਾਪਨ ਹੋ ਜਾਂਦਾ ਹੈ, ਸੁਸਤੀ ਪੈ ਜਾਂਦੀ ਹੈ। ਤੇ ਪਿਆਰਿਓ, ਪੜ੍ਹਨਾ ਸ਼ੁਰੂ ਤੇ ਕਰੋ। ਜਿਸ ਤਰ੍ਹਾਂ ਮੈਂ ਕਹਿੰਦਾ ਹੁੰਦਾ, ਮੈਂ ਬਾਰ-ਬਾਰ ਇਹ ਗੱਲ 'ਤੇ ਜ਼ੋਰ ਦਿੰਦਾ, ਸ਼ਾਇਦ ਕੋਈ ਮੰਨ ਲੈ, ਆਪਣੇ ਘਰ ਵਿੱਚ ਸਹਿਜ ਪਾਠ ਰੱਖੋ, ਚਾਹੇ ਅੱਧਾ ਅੰਗ ਰੋਜ਼ ਪੜ੍ਹੋ, ਇੱਕ ਸ਼ਬਦ ਹੀ ਪੜ੍ਹ ਲਓ। ਜਦੋਂ ਪੜ੍ਹੋਗੇ, ਜਿਸ ਤਰ੍ਹਾਂ ਮੱਛੀ ਚੱਲਦੀ ਹੈ, ਆਪਣੇ ਆਪ ਰਸਤਾ ਬਣਦਾ ਜਾਂਦਾ ਹੈ। ਜਦੋਂ ਪੜ੍ਹਨਾ ਸ਼ੁਰੂ ਕਰੋਗੇ ਤੇ ਰਸਤਾ ਵੀ ਆਪਣੇ ਆਪ ਬਣਦਾ ਜਾਏਗਾ, ਆਪਣੇ ਆਪ ਬਣਦਾ ਜਾਏਗਾ। ਤੇ ਗੁਰੂ ਪਿਆਰਿਓ, ਇੱਕ ਤੋਂ ਬਾਣੀ ਸ਼ੁਰੂ ਹੁੰਦੀ ਹੈ, ਇੱਕ ਦੀ ਪਰਿਕਰਮਾ ਕਰਦੀ ਹੈ। ਇੱਕ ਓਂਕਾਰ ਸਤਨਾਮ, ਉਸ ਪ੍ਰਭੂ ਦਾ ਹੀ ਨਾਮ ਸਤ ਹੈ, ਉਹੀ ਸਦੀਵੀ ਰਹਿਣ ਵਾਲਾ ਹੈ। ਦੁਨੀਆ ਤੇ ਜੋ ਵੀ ਪੈਦਾ ਹੋਇਆ ਹੈ, ਇੱਕ ਦਿਨ ਉਹ ਖਤਮ ਵੀ ਹੋਵੇਗਾ। ਜੋ ਚੜ੍ਹਦੀ ਕਲਾ ਵੱਲ ਜਾ ਰਿਹਾ ਹੈ, ਇੱਕ ਦਿਨ ਜਵਾਲ ਭਾਵ ਢਹਿੰਦੀ ਕਲਾ ਵੱਲ ਵੀ ਜਾਏਗਾ। ਪਰ ਉਸ ਪ੍ਰਭੂ ਦਾ ਨਾਮ ਸਤ ਹੈ। ਹੁਣ ਇਹ ਸਤ ਨਾਮ ਦਾ ਗੁਣ ਅਸੀਂ ਆਪਣੇ ਅੰਦਰ ਉਦੋਂ ਲਿਆ ਸਕਦੇ ਹਾਂ ਜਦੋਂ ਅਸੀਂ ਸੱਚ ਦੇ ਨਾਲ ਜੁੜ ਗਏ, ਤਾਂ ਅਸੀਂ ਵੀ ਸਤ ਹੋ ਸਕਦੇ ਹਾਂ। ਇੱਕ ਓਂਕਾਰ ਸਤਨਾਮ ਕਰਤਾ, ਭਾਵ ਕਿ ਉਹ ਪ੍ਰਭੂ ਇਸ ਸ੍ਰਿਸ਼ਟੀ ਦਾ ਕਰਤਾ ਹੈ। ਜਿਸ ਤਰ੍ਹਾਂ ਹੁਣ ਆਹ ਮਾਈਕ ਹੈ, ਜਿਸ ਵੀ ਕੰਪਨੀ ਨੇ ਇਹ ਮਾਈਕ ਬਣਾਇਆ ਹੈ, ਉਹ ਕੰਪਨੀ ਇਹਦੀ ਕਰਤਾ ਹੈ। ਆਹ ਵਾਜਾ ਜਿਸ ਨੇ ਬਣਾਇਆ ਹੈ, ਉਹ ਬੰਦਾ ਇਸ ਬਾਜੇ ਦਾ ਕਰਤਾ ਹੈ। ਇਸੇ ਤਰ੍ਹਾਂ ਇਹ ਸ੍ਰਿਸ਼ਟੀ, ਇਹ ਕੁਦਰਤ, ਪ੍ਰਭੂ ਇਹਦਾ ਕਰਤਾ ਹੈ। ਤੇ ਗੁਰੂ ਪਿਆਰਿਓ, ਤੁਸੀਂ ਵੀ ਕਰਤੇ ਵਾਲਾ ਗੁਣ ਆਪਣੇ ਵਿੱਚ ਲਿਆ ਸਕਦੇ ਹੋ। ਜਦੋਂ ਤੁਸੀਂ ਆਪ ਆਪਣੇ ਵੱਲੋਂ ਕੁਝ ਨਵਾਂ ਕ੍ਰੀਏਟ ਕਰਦੇ ਹੋ, ਨਵਾਂ ਬਣਾਉਂਦੇ ਹੋ, ਤਾਂ ਜਦੋਂ ਅਸੀਂ ਕੁਝ ਨਵੀਂ ਚੀਜ਼ ਪੈਦਾ ਕਰਦੇ ਹਾਂ, ਨਵਾਂ ਕੁਝ ਬਣਾਉਂਦੇ ਹਾਂ, ਤਾਂ ਅਸੀਂ ਵੀ ਕਰਤਾ ਹਾਂ। ਤੇ ਗੁਰੂ ਪਿਆਰਿਓ, ਉਹ ਕਰਤਾ ਇਸ ਤਰ੍ਹਾਂ ਦਾ ਏ, ਸਤਿਗੁਰ ਅੱਗੇ ਆਖਦੇ ਨੇ ਕਿ ਪੂਰਖ, ਭਾਵ ਕਿ ਪੂਰਿਆ ਹੋਇਆ, ਸਮਾਇਆ ਹੋਇਆ। ਇਹਨੂੰ ਇਸ ਤਰ੍ਹਾਂ ਸਮਝਣਾ ਹੈ, ਜਿਸ ਤਰ੍ਹਾਂ ਹੁਣ ਜਿਸ ਨੇ ਬਾਜਾ ਬਣਾਇਆ ਏ,
ਉਹ ਬਾਜਾ ਬਣਾ ਕੇ ਇੱਕ ਪਾਸੇ ਹੈ, ਬਾਜਾ ਇੱਥੇ ਹੈ, ਇਹਨੂੰ ਬਣਾਉਣ ਵਾਲਾ ਕਿਤੇ ਹੈ। ਪਰ ਜਿਹੜਾ ਪ੍ਰਭੂ ਕਰਤਾ ਹੈ ਉਹ ਆਪਣੀ ਸ੍ਰਿਸ਼ਟੀ ਬਣਾ ਕੇ ਉਹਦੇ ਵਿੱਚ ਪੁਰਖ ਹੈ, ਪੂਰਿਆ ਹੋਇਆ ਹੈ, ਭਾਵ ਸਮਾਇਆ ਹੋਇਆ ਹੈ, ਇਹ ਤੋਂ ਵੱਖ ਨਹੀਂ। ਤਾਂ ਹੀ ਤੇ ਸਤਿਗੁਰ ਆਖਦੇ ਨੇ ਕਿ ਕੁਦਰਤ ਕਰਕੇ ਵਸਿਆ ਸੋਇ, ਕੁਦਰਤ ਬਣਾ ਕੇ ਉਹਦੇ ਵਿੱਚ ਹੀ ਸਮਾ ਗਿਆ, ਕੁਦਰਤ ਤੋਂ ਵੱਖ ਨਹੀਂ ਹੈ। ਬੰਦੇ ਨੂੰ ਬਣਾ ਕੇ ਬੰਦੇ ਦੇ ਵਿੱਚ ਹੀ ਹੈ। ਤੇ ਇਸੇ ਲਈ ਤਾਂ ਸਾਨੂੰ ਮਹਾਰਾਜ ਨੇ ਜ਼ੋਰ ਲਾਇਆ ਹੈ ਕਿ ਸਾਰੀ ਬਾਣੀ ਆਖਦੀ ਹੈ ਕਿ ਤੂੰ ਪਰਮੇਸ਼ਰ ਨੂੰ ਬਾਹਰ ਨਾ ਲੱਭ, ਕਿਤੇ ਨਹੀਂ ਮਿਲਣਾ। ਕਿਤੇ ਵੀ ਜਾ, ਕਿਤੇ ਵੀ ਭਟਕ ਲੈ, ਤੈਨੂੰ ਕਿਤੇ ਨਹੀਂ ਮਿਲਣਾ। ਜਦੋਂ ਵੀ ਤੈਨੂੰ ਉਹ ਮਿਲੇਗਾ ਉਹ ਤੇਰੇ ਅੰਦਰੋਂ ਹੀ ਮਿਲੇਗਾ, ਕਿਉਂਕਿ ਉਹ ਤੇਰੇ ਵਿੱਚ ਹੀ ਬੈਠਾ ਹੈ। ਵਿੱਚ ਬੈਠਾ ਕੀ, ਅਸਲ ਵਿੱਚ ਤੂੰ ਹੀ ਪਰਮੇਸ਼ਰ ਹੈ। ਇਨਸਾਨ ਤੂੰ ਹੀ ਪਰਮੇਸ਼ਰ ਹੈ, ਪਰ ਤੂੰ ਆਪਣਾ ਮੂਲ ਪਛਾਣਦਾ ਨਹੀਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਆਪਣਾ ਮੂਲ ਪਛਾਣਦਾ ਨਹੀਂ ਹੈ, ਤੂੰ ਪਰਮੇਸ਼ਰ ਹੀ। ਜਿਸ ਤਰ੍ਹਾਂ ਹੁਣ ਸਮੁੰਦਰ ਹੈ, ਸਮੁੰਦਰ ਦੀ ਲਹਿਰ ਕਿਤੇ ਸਮੁੰਦਰ ਤੋਂ ਵੱਖ ਥੋੜ੍ਹੀ ਹੈ, ਸਿਰਫ ਵੇਖਣ ਨੂੰ ਵੱਖਰੀ ਲੱਗਦੀ। ਆਪਾਂ ਕਹਿੰਦੇ ਹਾਂ ਕਿ ਸਮੁੰਦਰ ਤੇ ਉਹਦੀ ਲਹਿਰ, ਪਰ ਹੈ ਤੇ ਉਹੀ ਨਾ, ਪਾਣੀ ਤੋਂ ਲਹਿਰ ਬਣਦੀ ਹੈ। ਲਹਿਰ ਹੀ ਤਰੰਗ ਹੀ ਸਮੁੰਦਰ ਹੈ, ਸਮੁੰਦਰ ਹੀ ਤਰੰਗ ਹੈ। ਤੇ ਉਹ ਆਪਣੀ ਕੁਦਰਤ ਵਿੱਚ ਪੁਰਖਿਆ ਹੋਇਆ, ਸਮਾਇਆ ਹੋਇਆ। ਤੇ ਪਿਆਰਿਓ, ਸਤਿਗੁਰ ਆਖਦੇ ਨੇ ਕਿ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਭਾਵ ਕਿ ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ, ਕਿਸੇ ਦਾ ਕੋਈ ਡਰ ਨਹੀਂ ਹੈ। ਕਿਉਂ? ਕਿਉਂਕਿ ਉਹਦੇ ਨਾਲ ਕੋਈ ਵੱਡਾ ਹੈ ਹੀ ਨਹੀਂ ਹੈ। ਡਰ ਹੁੰਦਾ ਹੈ ਆਪ ਤੋਂ ਵੱਡੇ ਦਾ, ਤੇ ਉਹ ਤੋਂ ਵੱਡਾ ਕੋਈ ਹੈ ਨਹੀਂ, ਇਸ ਲਈ ਉਸ ਨੂੰ ਕਿਸੇ ਦਾ ਭਾਉ ਨਹੀਂ। ਨਿਰਵੈਰ, ਉਹਦਾ ਕਿਸੇ ਨਾਲ ਕੋਈ ਵੈਰ ਵੀ ਨਹੀਂ ਹੈ, ਕਿਉਂਕਿ ਉਹਦਾ ਕੋਈ ਸ਼ਰੀਕ ਨਹੀਂ ਹੈ, ਤਾਂ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਤੇ ਆਪਣੇ ਅੰਦਰ ਵੀ ਆਪਾਂ ਇਹ ਗੁਣ ਪ੍ਰਗਟ ਕਰਨੇ ਨੇ। ਆਪਾਂ ਵੀ ਜਦੋਂ ਨਿਰਭਉ ਹੋ ਗਏ, ਅਸੀਂ ਦੇਖੋ, ਆਪਾਂ ਮੇਰੇ ਖਿਆਲ ਨਾਲ ਕਈ ਸਾਲ ਜਾਂ ਕਹਿ ਲਈਏ ਲੰਘ ਗਏ, ਆਪਾਂ ਜੈਕਾਰਾ ਲਾਉਂਦੇ ਹਾਂ, ਜੋ ਬੋਲੇ ਸੋ ਨਿਰਭੈ। ਬੋਲੋ, ਜੋ ਬੋਲੇ ਸੋ ਨਿਰਭੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ। ਹੁਣ ਕਹਿੰਦੇ ਨੇ ਕਿ ਜਿਹੜਾ ਗੁਰੂ ਰਵਿਦਾਸ ਜੀ ਦੀ ਜੈ ਬੁਲਾਉਂਦਾ ਏ ਉਹ ਨਿਰਭੈ ਹੋ ਜਾਂਦਾ ਏ, ਭਾਵ ਉਹ ਕਿਸੇ ਕੋਲ ਡਰਦਾ ਨਹੀਂ। ਹੁਣ ਆਪਣੇ ਅੰਦਰ ਝਾਤ ਮਾਰ ਕੇ ਦੇਖੋ ਕਿ ਅਸੀਂ ਨਿਰਭੈ ਹੋ ਗਏ, ਅਸੀਂ ਹੋ ਗਏ ਹਾਂ ਨਿਰਭੈ? ਨਹੀਂ ਹੋ ਸਕੇ। ਕਿਉਂਕਿ ਨਿਰਭੈ ਅਸੀਂ ਉਦੋਂ ਹੋਵਾਂਗੇ ਜਦੋਂ ਅਸੀਂ ਗਲਤ ਕੁਝ ਕਰਨਾ ਹੀ ਨਹੀਂ, ਤਾਂ ਸਾਨੂੰ ਕਿਸੇ ਦਾ ਡਰ ਹੈ ਹੀ ਨਹੀਂ। ਜਦ ਕਿ ਗਲਤ ਕਰਨਾ ਨਹੀਂ, ਜਦੋਂ ਕੋਈ ਗਲਤ ਕਰਦਾ ਏ ਤਾਂ ਉਹ ਅੰਦਰੋਂ ਫਿਰ ਨਿਰਭਉ, ਉਹ ਨਿਰਭਉ ਹੋ ਹੀ ਨਹੀਂ ਸਕਦਾ, ਉਹ ਹਮੇਸ਼ਾ ਡਰਿਆ ਰਹਿੰਦਾ ਹੈ। ਜਦ ਗਲਤ ਕਰਨਾ ਨਹੀਂ, ਜਦ ਇਨਸਾਨ ਆਪਣੇ ਆਪ 'ਚ ਸਹੀ ਹੈ, ਉਹਨੂੰ ਪਤਾ ਹੈ ਜੋ ਮੈਂ ਕਰ ਰਿਹਾ, ਮੈਨੂੰ ਪਤਾ ਹੈ ਕਿ ਇਹਦੇ ਪਿੱਛੇ ਮੇਰੀ ਮਨਸਾ ਕੀ ਹੈ, ਇਹਦੇ ਪਿੱਛੇ ਮੈਂ ਕੀ ਕਰਨਾ ਚਾਹੁੰਦਾ ਹਾਂ, ਮੇਰਾ ਮਕਸਦ ਗਲਤ ਹੈ ਜਾਂ ਠੀਕ ਹੈ। ਜੇ ਠੀਕ ਹੈ ਤਾਂ ਇਨਸਾਨ ਆਪੇ ਹੀ ਨਿਰਭਉ ਵਾਲਾ ਗੁਣ ਆਪਣੇ ਅੰਦਰ ਪ੍ਰਗਟ ਕਰ ਲੇਗਾ। ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਅਕਾਲ ਮੂਰਤ ਭਾਵ ਕਿ ਉਹ ਸਮੇਂ ਵਿੱਚ ਨਹੀਂ ਆਉਂਦਾ, ਉਸਨੇ ਸਮੇਂ ਨੂੰ ਬਣਾਇਆ ਹੈ, ਸਮੇਂ ਨੇ ਉਸ ਨੂੰ ਨਹੀਂ ਬਣਾਇਆ। ਕਿਉਂਕਿ ਜਿਹੜੀ ਚੀਜ਼ ਸਮੇਂ ਵਿੱਚ ਬਣਦੀ ਹੈ ਉਹ ਖਤਮ ਹੋ ਜਾਂਦੀ ਹੈ, ਸਮਾਂ ਉਸ ਨੂੰ ਇੱਕ ਦਿਨ ਨਸ਼ਟ ਕਰ ਦਿੰਦਾ ਹੈ, ਕਾਲ ਉਸ ਨੂੰ ਖਾ ਜਾਂਦਾ ਹੈ। ਪਰ ਪ੍ਰਭੂ ਸਮੇਂ ਵਿੱਚ ਨਹੀਂ ਆਉਂਦਾ, ਕਿਉਂਕਿ ਉਹ ਉਦੋਂ ਸੀ ਜਦੋਂ ਸਮਾਂ ਹੈ ਹੀ ਨਹੀਂ ਸੀ। ਕਿਉਂਕਿ ਜਦੋਂ ਜੇ ਆਪਾਂ ਸਮਾਂ ਮੰਨੀਏ, ਦਿਨ ਮੰਨੀਏ, ਜੇ ਆਪਾਂ ਕਹਿ ਦਈਏ ਕਿ ਪਰਮਾਤਮਾ ਇਸ ਦਿਨ ਪ੍ਰਗਟ ਹੋਇਆ ਜਾਂ ਪਰਮਾਤਮਾ ਇਸ ਦਿਨ, ਇਹਦਾ ਮਤਲਬ ਫਿਰ ਉਦੋਂ ਉਹ ਤੋਂ ਪਹਿਲਾਂ ਵੀ ਕੁਝ ਚੱਲਦਾ ਸੀ? ਨਹੀਂ। ਉਹ ਤਾਂ ਇਸ ਲਈ ਮਹਾਰਾਜ ਆਖਦੇ ਨੇ ਕਿ ਅਕਾਲ, ਉਹ ਸਮੇਂ ਤੋਂ ਵੀ ਪਰੇ ਹੈ, ਉਦੋਂ ਸਮਾਂ ਹੈ ਹੀ ਨਹੀਂ ਸੀ, ਕੁਛ ਨਹੀਂ ਸੀ ਉਦੋਂ ਜਦੋਂ ਉਹ ਸੀ। ਕਾਲ ਮੂਰਤ ਅਜੂਨੀ ਭਾਵ ਕਿ ਉਹ ਜੰਮਣ ਮਰਨ ਦੇ ਚੱਕਰ ਵਿੱਚ ਵੀ ਨਹੀਂ ਆਉਂਦਾ, ਜੰਮਣ ਮਰਨ ਦੇ ਚੱਕਰ ਵਿੱਚ ਪਰਮੇਸ਼ਰ ਨਹੀਂ ਆਉਂਦਾ। ਹੁਣ ਆਪਾਂ ਅਜੂਨੀ ਕਿਸ ਤਰ੍ਹਾਂ ਹੋ ਸਕਦੇ ਹਾਂ? ਇਨਸਾਨ ਕਿਸ ਤਰ੍ਹਾਂ ਜੂਨਾਂ ਵਿੱਚ ਆਉਂਦਾ ਹੈ? ਦੇਖੋ, ਇੱਕ ਬੰਦਾ ਜਦੋਂ ਕਦੇ ਸਾਡੇ ਤੇ ਲੋਭ ਹਾਵੀ ਹੁੰਦਾ ਹੈ, ਠੀਕ ਹੈ ਨਾ, ਕਦੇ ਲੋਭ ਲੂੰਬੜੀ ਵਾਲਾ ਅਸੀਂ ਜਾਮਾ ਲੈ ਲੈਂਦੇ ਹਾਂ, ਕਦੇ ਸਾਡੇ ਉੱਤੇ ਕਾਮ ਹਾਵੀ ਹੋ ਜਾਂਦਾ ਹੈ, ਸਮਝ ਲਓ ਉਦੋਂ ਅਸੀਂ ਹਾਥੀ ਦੀ ਜੂਨ ਵਿੱਚ ਹਾਂ। ਭਾਵ ਕਿ ਜਿਸ ਤਰ੍ਹਾਂ ਸਤਿਗੁਰ ਆਖਦੇ ਨੇ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ। ਜਦੋਂ ਸਾਡੀਆਂ ਹਰਕਤਾਂ, ਸਾਡੀਆਂ ਕਰਤੂਤਾਂ ਪਸ਼ੂਆਂ ਵਾਲੀਆਂ ਹੋਣ, ਪਰ ਅਸੀਂ ਬੰਦੇ ਦੇ ਰੂਪ ਵਿੱਚ ਹੋਈਏ, ਸਮਝ ਲਓ ਅਸੀਂ ਉਸ ਸਮੇਂ ਉਸ ਪਸ਼ੂ ਦੀ ਜੂਨੀ ਵਿੱਚ ਹਾਂ। ਪਰ ਜਦੋਂ ਅਸੀਂ ਬੰਦੇ ਬਣ ਗਏ, ਉਸ ਪ੍ਰਭੂ ਦੇ ਬੰਦੇ ਬਣ ਗਏ, ਤਾਂ ਸਮਝੋ ਕਿ ਅਸੀਂ ਅਜੂਨੀ ਹੋ ਗਏ, ਅਸੀਂ ਇਹਨਾਂ ਜੂਨਾਂ ਤੋਂ ਬਾਹਰ ਨਿਕਲ ਗਏ।
ਅਜੂਨੀ ਸਤਿਗੁਰ ਆਖਦੇ ਨੇ ਕਿ ਉਹ ਆਪਣੇ ਆਪ ਉਹ ਅਜੂਨੀ ਹੈ, ਉਹ ਕਾਲ ਵਿੱਚ ਨਹੀਂ ਆਉਂਦਾ। ਅੱਗੇ ਆਖਦੇ ਨੇ ਕਿ ਸੈਭੰ, ਭਾਵ ਕਿ ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ, ਆਪਣੇ ਆਪ ਤੋਂ ਹੈ, ਉਹ ਕਿਸੇ ਤੋਂ ਨਹੀਂ ਹੈ। ਗੁਰ ਪ੍ਰਸਾਦ, ਸੰਖੇਪ ਰੂਪ ਵਿੱਚ ਮੈਂ ਹੁਣ ਸਮਾਪਤੀ ਕਰਾਂ। ਭਾਵ ਗੁਰ ਦਾ ਮਤਲਬ ਹੁੰਦਾ ਹੈ ਗਿਆਨ। ਉਹ ਗਿਆਨ ਦਾ ਰੂਪ ਹੈ, ਉਹ ਗਿਆਨ ਦਾ ਭੰਡਾਰ ਹੈ। ਪ੍ਰਸਾਦ ਉਹ ਦਇਆ ਦਾ ਸਾਗਰ ਹੈ। ਪ੍ਰਸਾਦ ਦਾ ਮਤਲਬ ਹੁੰਦਾ ਹੈ ਕਿਰਪਾ, ਦਇਆ। ਉਹ ਦਇਆ ਦਾ ਸਾਗਰ ਹੈ। ਉਹ ਸਤਿਗੁਰ ਪਾਤਸ਼ਾਹ ਹਮੇਸ਼ਾ ਹੀ ਦਇਆ ਦੇ ਭੰਡਾਰ ਨੇ, ਦਇਆ ਦੇ ਸਾਗਰ ਨੇ, ਬਖਸ਼ਿਸ਼ਾਂ ਦੇ ਸਾਗਰ ਨੇ, ਉਹ ਪਰਮੇਸ਼ਰ। ਤੇ ਗੁਰੂ ਪਿਆਰਿਓ, ਇਹ ਸਾਰੀ ਬਾਣੀ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲਾਚਾਰ ਹੈ। ਜਿਹੜਾ ਮੂਲ ਮੰਤਰ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦਾ ਮੰਗਲਾਚਾਰ ਹੈ। ਕਿਉਂਕਿ ਇਹ ਪੁਰਾਤਨ ਭਾਰਤ ਦੀ ਰੀਤ ਰਹੀ ਹੈ, ਜਦੋਂ ਵੀ ਕੋਈ ਧਾਰਮਿਕ ਗ੍ਰੰਥ, ਧਾਰਮਿਕ ਪੋਥੀ ਸ਼ੁਰੂ ਹੁੰਦੀ ਸੀ ਤਾਂ ਉਹਦੇ ਤੋਂ ਪਹਿਲਾਂ ਉਹਦਾ ਮੰਗਲਾਚਰਨ ਉਚਾਰਨ ਕੀਤਾ ਜਾਂਦਾ ਸੀ। ਤੇ ਸਨਾਤਨ ਮਤ ਵਿੱਚ, ਹਿੰਦੂ ਮਤ ਵਿੱਚ ਮੰਗਲਾਚਰਨ ਗਣੇਸ਼ ਦਾ ਉਚਾਰਨ ਕੀਤਾ ਜਾਂਦਾ ਹੈ। ਅੱਜ ਵੀ ਕਿਤੇ ਜਗਰਾਤਾ ਹੋਵੇ ਨਾ, ਉਹ ਪਹਿਲਾਂ ਵੰਦਨਾ ਗਣੇਸ਼ ਦੀ ਕਰਦੇ ਨੇ, ਉਹ ਮੰਗਲਾਚਾਰ ਹੁੰਦਾ ਹੈ। ਪਰ ਗੁਰਮਤਿ ਨੇ ਉਹਨਾਂ ਤੋਂ ਉਲਟ ਹੋ ਕੇ ਮੰਗਲਾਚਾਰ ਉਚਾਰਨ ਕੀਤਾ ਉਸ ਕਰਤੇ ਦਾ, ਉਸ ਪ੍ਰਭੂ ਦਾ। ਤੇ ਗੁਰੂ ਪਿਆਰਿਓ, ਉਸ ਪ੍ਰਭੂ ਦਾ ਮੰਗਲਾ ਉਚਾਰਨ ਕੀਤਾ ਤੇ ਬਾਅਦ ਵਿੱਚ ਫਿਰ ਆਖਿਆ ਕਿ ਬਾਣੀ ਗੁਰੂ, ਗੁਰੂ ਹੈ ਬਾਣੀ। ਹੁਣ ਇਸ ਤੇ ਵੀ ਜੇ ਬਾਣੀ ਗੁਰੂ, ਗੁਰੂ ਹੈ ਬਾਣੀ, ਤਾਂ ਗੁਰੂ ਪਿਆਰਿਓ ਜਿੰਨੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਮਹਾਂਪੁਰਖਾਂ ਦੀ, ਉਹ ਸਾਡੇ ਲਈ ਸਤਿਕਾਰਯੋਗ ਨੇ। ਉਹ ਸਾਰੇ ਹੀ ਸਾਡੇ ਸਤਿਗੁਰੂ ਨੇ। ਉਹ ਚਾਹੇ ਸਤਿਗੁਰੂ ਰਵਿਦਾਸ ਮਹਾਰਾਜ ਨੇ, ਚਾਹੇ ਬਾਣੀ ਦੇ ਰੂਪ ਵਿੱਚ, ਉਹ ਸਾਰੇ ਹੀ ਸਾਡੇ ਲਈ ਗੁਰੂ ਨੇ। ਜੇ ਆਪਾਂ ਸਰੀਰਕ ਤੌਰ ਤੇ ਗੱਲ ਕਰੀਏ, ਫਿਰ ਸਰੀਰਕ ਤੌਰ ਤੇ ਚਾਹੇ ਗੁਰੂ ਨਾਨਕ ਪਾਤਸ਼ਾਹ ਨੇ, ਜਿਹੜੇ ਮਰਜ਼ੀ ਪਾਤਸ਼ਾਹ ਨੇ, ਸਰੀਰਕ ਤੌਰ ਤੇ ਸਾਡੇ ਕੋਈ ਗੁਰੂ ਨਹੀਂ ਹੈ। ਪਰ ਬਾਣੀ ਦੇ ਰੂਪ ਤੇ ਸਾਡੇ ਲਈ ਸਾਰੇ ਗੁਰੂ ਨੇ, ਕਿਉਂਕਿ ਸਾਨੂੰ ਸਤਿਗੁਰਾਂ ਨੇ ਸ਼ਬਦ ਗੁਰੂ ਦੇ ਲੜ ਲਾਇਆ ਹੈ, ਸ਼ਬਦ ਗੁਰੂ ਦੇ ਲੜ ਲਾਇਆ ਹੈ। ਇਸ ਲਈ ਬਾਣੀ ਦੇ ਰੂਪ ਵਿੱਚ ਸਾਡੇ ਲਈ ਸਾਰੇ ਗੁਰੂ ਨੇ, ਜਿਨ੍ਹਾਂ ਦੀ ਬਾਣੀ ਸਾਨੂੰ ਗਿਆਨ ਦਿੰਦੀ ਹੈ, ਸਾਨੂੰ ਰਸਤਾ ਦਿਖਾਉਂਦੀ ਹੈ। ਆਓ ਸਤਿਗੁਰਾਂ ਦਾ ਸ਼ਬਦ ਇੱਕ ਉਚਾਰਨ ਕਰਕੇ ਫਿਰ ਆਪਾਂ ਸਮਾਪਤੀ ਕਰੀਏ। ਬਾਣੀ ਪੜ੍ਹੋ, ਕਿਉਂਕਿ ਸਤਿਗੁਰ ਆਖਦੇ ਨੇ ਕਿ ਕਬੀਰ ਚੋਟ ਸਹੇਲੀ ਸੇਲ ਕੀ, ਲਾਗਤ ਲੈ ਉਸਾਸ, ਚੋਟ ਸਹਾਰੇ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਸੇਲ ਕਹਿੰਦੇ ਨੇ ਨੇਜਾ। ਜਿਸ ਤਰ੍ਹਾਂ ਨੇਜੇ ਦੀ ਚੋਟ ਲੱਗਦੀ ਹੈ ਨਾ, ਤੇ ਬੰਦੇ ਦੀ ਇੱਕ ਵਾਰ ਤੇ ਆਹ ਨਿਕਲ ਜਾਂਦੀ ਹੈ, ਤੇ ਜਦੋਂ ਬਾਣੀ ਦੀ ਚੋਟ ਲੱਗਦੀ ਹੈ, ਬਾਣੀ ਦੇ ਸ਼ਬਦ ਦੀ ਚੋਟ ਲੱਗਦੀ ਹੈ, ਉਦੋਂ ਵੀ ਇਨਸਾਨ ਤੜਫ ਉੱਠਦਾ ਹੈ। ਕਿਉਂ? ਕਿਉਂਕਿ ਕੀਤੇ ਹੋਏ ਕਰਮਾਂ ਦੀ, ਕੀਤੇ ਹੋਏ ਪਾਪਾਂ ਦੀ ਮੈਲ ਉਗਲ ਆਉਂਦੀ ਹੈ ਬਾਹਰ। ਕਈ ਦਫਾ ਕਈ ਸਤਸੰਗ ਸੁਣਦੇ, ਕਈ ਕੀਰਤਨ ਕਥਾ ਸੁਣਦੇ, ਬਹੁਤਿਆਂ ਨਾਲ ਉੱਦਾਂ ਹੁੰਦਾ ਹੋਵੇਗਾ, ਸਾਡੇ ਨਾਲ ਹੁੰਦਾ ਹੈ। ਕੋਈ ਇਹੋ ਜਿਹੀ ਗੱਲ ਹੁੰਦੀ ਹੈ ਨਾ, ਆਪਣੇ ਕੀਤੇ ਹੋਏ ਕਰਮ ਚੇਤੇ ਆ ਜਾਂਦੇ ਨੇ, ਬੰਦਾ ਅੰਦਰੋਂ ਹਿੱਲ ਜਾਂਦਾ ਹੈ, ਬੈਠਾ ਬੈਠਾ ਤੜਫ ਉੱਠਦਾ ਹੈ ਕਿ ਮਨਾ ਤੂੰ ਆਹ ਕੁਝ ਕੀਤਾ ਹੈ, ਤੂੰ ਆਹ ਕੁਝ ਕਰਦਾ ਰਿਹਾ ਹੈ। ਤੇ ਗੁਰੂ ਪਿਆਰਿਓ, ਪਰ ਸਤਿਗੁਰ ਆਖਦੇ ਨੇ ਕਿ ਇੱਕ ਵਾਰ ਇਹ ਸ਼ਬਦ ਦੀ ਚੋਟ ਕੋਈ ਸਹਿ ਲੈ, ਕੋਈ ਬਰਦਾਸ਼ਤ ਕਰ ਲੈ, ਫਿਰ ਦੁੱਖ ਹਮੇਸ਼ਾ ਲਈ ਅੰਦਰੋਂ ਪਾਪ ਨਿਕਲ ਜਾਂਦਾ ਹੈ। ਇੱਕ ਵਾਰ ਸਹਿ ਲੈ, ਕਬੂਲ ਕਰ ਲੈ, ਇੱਕ ਵਾਰ ਗੁਰੂ ਦੇ ਅੱਗੇ ਸਰੈਂਡਰ ਕਰਕੇ। ਪਰ ਗੁਰੂ ਪਿਆਰਿਓ, ਬੜਾ ਔਖਾ ਹੈ। ਤੁਸੀਂ ਦੇਖਿਆ ਹੋਵੇਗਾ ਕਈ ਦਫਾ ਜਦੋਂ ਬੱਚਿਆਂ ਦੇ ਡਾਕਟਰ ਇੰਜੈਕਸ਼ਨ ਲਗਾਉਂਦਾ ਹੈ ਨਾ, ਤਾਂ ਬੱਚਾ ਲੱਤ ਵੀ ਮਾਰ ਦਿੰਦਾ ਹੈ। ਕਈ ਬੱਚੇ ਗਾਲਾਂ ਵੀ ਕੱਢਣ ਲੱਗ ਪੈਂਦੇ ਨੇ ਡਾਕਟਰ ਨੂੰ। ਇਸੇ ਤਰ੍ਹਾਂ ਤੇ ਜਦੋਂ ਫਿਰ ਬਾਣੀ ਦਾ ਵੀ ਤੀਰ ਵੱਜਦਾ ਹੈ, ਤੇ ਫਿਰ ਕਈ ਸਾਡੇ ਵਰਗਿਆਂ ਨਾਲ ਬੈਰ ਵੀ ਰੱਖਣ ਲੱਗ ਪੈਂਦੇ ਨੇ। ਕਈ ਸਾਡੇ ਵਰਗਿਆਂ ਨੂੰ ਵੀ ਬਾਣੀ ਪੜ੍ਹ ਕੇ ਸੁਣਾਉਣ ਵਾਲਿਆਂ ਨੂੰ ਵੀ ਬੁਰਾ ਚੰਗਾ ਕਹਿਣ ਲੱਗ ਪੈਂਦੇ ਨੇ, ਕਿਉਂਕਿ ਕੋਈ ਐਸੀ ਗੱਲ ਆ ਜਾਂਦੀ ਹੈ ਅੱਗੇ ਜਿਹੜੀ ਸਾਡੀ ਸੋਚ ਦੇ ਖਿਲਾਫ ਹੋਵੇ, ਤਾਂ ਉੱਥੇ ਫਿਰ ਮਤਭੇਦ ਖੜੇ ਹੋ ਜਾਂਦੇ ਨੇ। ਤੇ ਗੁਰੂ ਪਿਆਰਿਓ, ਪਰ ਇਹ ਬਾਣੀ ਦੀ ਇੱਕ ਵਾਰ ਇਨਸਾਨ ਚੋਟ ਸਹਿ ਲੈ, ਫਿਰ ਦੇਖੋ ਮੈਲ ਕਿਸ ਤਰ੍ਹਾਂ ਉਗਲ ਕੇ ਬਾਹਰ ਆਉਂਦੀ ਹੈ। ਦੇਖੋ ਕਈ ਵਾਰੀ ਕੱਪੜਾ ਮੈਲਾ ਹੋ ਜਾਂਦਾ ਨਾ, ਕਈ ਕੱਪੜਾ ਮੈਲਾ ਹੋ ਜਾਵੇ, ਇੱਕ ਵਾਰ ਧੋਤਾ ਨਿਖਰ ਗਿਆ, ਚਲੋ ਦੂਜੇ ਧੋ ਸਾਫ਼ ਹੋ ਜਾਂਦਾ ਹੈ। ਕਈ ਵਾਰ ਇਸ ਤਰ੍ਹਾਂ ਦਾ ਕੱਪੜਾ ਹੁੰਦਾ, ਇੱਕ ਵਾਰ ਧੋਤਾ, ਦੋ ਵਾਰ ਧੋਤਾ, ਤਿੰਨ ਵਾਰੀ ਧੋਤਾ, ਨਹੀਂ ਮੈਲ ਜਾਂਦੀ, ਤਾਂ ਫਿਰ ਪੁਰਾਣੀਆਂ ਬੀਬੀਆਂ ਪਿੰਡਾਂ 'ਚ ਕੀ ਕਰਦੀਆਂ ਹੁੰਦੀਆਂ ਸੀ, ਕਹਿੰਦੀਆਂ ਉਹਨੂੰ ਥਾਪੀ ਚੁੱਕ ਲਓ, ਹੁਣ ਥਾਪੀ ਦੇ ਨਾਲ ਕੁੱਟੋ।
ਤੇ ਗੁਰੂ ਪਿਆਰਿਓ, ਇਹ ਫਿਰ ਬਾਣੀ ਰੂਪੀ ਜਦੋਂ ਥਾਪੀ ਵੱਜਦੀ ਹੈ ਤਾਂ ਫਿਰ ਉਗਲ ਕੇ ਮੈਲ ਬਾਹਰ ਆਉਂਦੀ ਹੈ, ਉਗਲ ਕੇ ਬਾਹਰ ਆਉਂਦੀ ਹੈ। ਪਰ ਇਹ ਆਵੇਗੀ ਉਹਦੀ ਜਿਹੜਾ ਇਸ ਤਰ੍ਹਾਂ ਸਤਸੰਗ ਰੂਪ ਹੋ ਕੇ ਸੁਣੇਗਾ, ਬਾਣੀ ਨੂੰ ਵਿਚਾਰੇਗਾ। ਕਿਉਂਕਿ ਆਪਾਂ ਦੇਖੋ, ਮੈਨੂੰ ਇਹ ਕਹਿਣ ਵਿੱਚ ਕੋਈ ਸੰਕੋਚ ਨਹੀਂ, ਆਪਾਂ ਦੂਸਰੀਆਂ ਕਮਿਊਨਿਟੀਆਂ ਦੇ ਮੁਕਾਬਲੇ ਆਪਾਂ ਗੁਰੂ ਮਤ ਦੇ ਰਸਤੇ 'ਤੇ ਬਹੁਤ ਪਿੱਛੇ ਹਾਂ। ਕਿਉਂਕਿ ਸਾਡੇ ਗੁਰੂ ਘਰਾਂ ਦੇ ਵਿੱਚ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੋਈ ਉਪਰਾਲੇ ਨਹੀਂ ਕੀਤੇ ਜਾਂਦੇ। ਸਾਡੀ ਇਹ ਕੋਸ਼ਿਸ਼ ਨਹੀਂ ਕਿ ਅਸੀਂ ਕੋਈ ਇਸ ਤਰ੍ਹਾਂ ਦੇ ਵਿਦਵਾਨ ਲਿਆਈਏ, ਲਗਾਤਾਰ ਗੁਰੂ ਗ੍ਰੰਥ ਸਾਹਿਬ ਦੀ ਕੋਈ ਕਥਾ ਵਿਚਾਰ ਇੱਥੇ ਚੱਲੇ, ਕੋਈ ਬੱਚਿਆਂ ਨੂੰ ਪਤਾ ਲੱਗੇ, ਕੋਈ ਸੰਗਤ ਨੂੰ ਪਤਾ ਲੱਗੇ, ਤਾਂ ਜੋ ਗੁਰਮਤਿ ਦੇ ਨਾਲ ਕੋਈ ਜੁੜੇ ਤਾਂ ਸਹੀ, ਕੋਈ ਗੁਰਬਾਣੀ ਦੇ ਨਾਲ ਜੁੜੇ ਤਾਂ ਸਹੀ। ਮਾਫ ਕਰਨਾ, ਠੀਕ ਹੈ, ਆਪਾਂ ਕਲਾਕਾਰ ਸੱਦਦੇ ਹਾਂ, ਮਨੋਰੰਜਨ ਲਈ ਸੱਦਦੇ ਹਾਂ, ਮਨੋਰੰਜਨ ਹੈ, ਪਰ ਉਹ ਮਨੋਰੰਜਨ ਹੈ। ਜੇ ਭਜਨ ਦੀ ਗੱਲ ਕਰੋ, ਭਜਨ ਨਹੀਂ ਹੈ, ਮਨੋਰੰਜਨ ਹੈ। ਭਜਨ ਤੇ ਫਿਰ ਜਦੋਂ ਮਹਾਰਾਜ ਦੀ ਬਾਣੀ ਚੱਲਦੀ ਹੈ, ਕੋਈ ਸਮਝਾਉਣ ਵਾਲਾ ਹੋਵੇ ਤਾਂ ਫਿਰ ਠਹਿਰਾ ਆਉਂਦਾ ਹੈ, ਸਹਿਜਤਾ ਆਉਂਦੀ ਹੈ ਜ਼ਿੰਦਗੀ ਵਿੱਚ। ਤੇ ਕੋਸ਼ਿਸ਼ ਇਹੀ ਕਰੋ, ਇਸ ਸਟੇਜ ਤੋਂ ਪ੍ਰਚਾਰ ਗੁਰਮਤਿ ਦਾ ਹੀ ਹੋਵੇ, ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਦਾ ਹੋਵੇ, ਗੁਰੂ ਸਾਹਿਬਾਨਾਂ ਦੇ ਜੀਵਨ ਦਾ ਹੋਵੇ, ਤਾਂ ਹੀ ਅੱਗੇ ਕੋਈ ਆਸ ਰੱਖ ਸਕਦੇ ਹਾਂ ਅਸੀਂ ਕਿ ਸਾਡੇ ਇਹ ਗੁਰੂ ਘਰ ਗਾਹਾਂ ਬੱਚੇ ਸਾਂਭਣਗੇ ਜਾਂ ਇਹਨਾਂ ਨੂੰ ਰਨ ਕਰਨਗੇ। ਤੇ ਗੁਰੂ ਪਿਆਰਿਓ, ਸੋ ਇੰਨੀਆਂ ਹੀ ਅੱਜ ਦੇ ਕੀਰਤਨ ਵਿੱਚ ਬੇਨਤੀਆਂ ਪ੍ਰਵਾਨ ਕਰਨੀਆਂ। ਕਈ ਲਫ਼ਜ਼ ਗਲਤ ਬੋਲ ਜਾਂਦੇ ਨੇ, ਜੇਕਰ ਕਿਸੇ ਦੇ ਕੋਈ ਮਨ ਨੂੰ ਠੇਸ ਲੱਗੀ ਹੋਵੇ ਤਾਂ ਉਹ ਲਫ਼ਜ਼ ਸਾਡੀ ਝੋਲੀ ਵਿੱਚ ਪਾ ਦੇਣਾ। ਕਿਉਂਕਿ ਗੁਰੂ ਮਹਾਰਾਜ ਦੇ ਵਜ਼ੀਰ ਹੋਣ ਦੇ ਨਾਤੇ ਜਾਂ ਗੁਰੂ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕਰਨ ਦੇ ਨਾਤੇ ਸਾਡਾ ਵੀ ਫਿਰ ਫਰਜ਼ ਬਣ ਜਾਂਦਾ ਹੈ ਕਿ ਜੋ ਗੁਰਮਤਿ ਕਹਿੰਦੀ ਹੈ ਉਹ ਤੁਹਾਡੇ ਅੱਗੇ ਰੱਖਿਆ ਜਾਵੇ। ਪਤਾ ਸਾਨੂੰ ਵੀ ਹੈ, ਕਿਉਂਕਿ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਪੂਰੇ ਭੇਦ ਖੋਲ੍ਹ ਦਿੱਤੇ ਜਾਣ ਤਾਂ ਦੂਜੀ ਵਾਰੀ ਸਾਡਾ ਇਸ ਸਟੇਜ 'ਤੇ ਬੈਠਣਾ ਮੁਸ਼ਕਲ ਹੈ। ਕਿਉਂਕਿ ਨਹੀਂ ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ, ਗੁਰਬਾਣੀ ਦੇ ਨਾਲ ਸਾਡੀ ਮਤ ਦਾ ਜੋੜ ਨਹੀਂ ਪੈਂਦਾ। ਸੋ ਆਓ ਆਪਾਂ ਹੁਣ ਆਨੰਦ ਸਾਹਿਬ ਜੀ ਦਾ ਜਾਪ ਕਰੀਏ।